ਵਾਹਿਗੁਰੂ ਸਾਹਿਬ ਜੀਓ। 12 ਮਹਾ ਮਾਂਝ ਮਹਲਾ ਪੰਜਵਾਂ। ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ ਇਕੋ ਨਾਮ ਆਧਾਰ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ ਇਕੋ ਨਾਮ ਆਧਾਰ। ਬਿਖਿਆ ਰੰਗ ਕੂੜਾਵਿਆ ਦਿਸਨ ਸਭੇ ਛਾਰ। ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ। ਜਿਨਹੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਅਜ਼ਮਤ ਬਖਸ਼ਿਸ਼ ਸ਼ਾਮ ਸਮੇਂ ਸਤਸੰਗਤ ਦੇ ਪਲ ਸਾਨੂੰ ਪ੍ਰਾਪਤ ਹੋਏ ਨੇ। ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਹੁਣ ਸਮਾਂ ਬਣਿਆ ਹੈ ਗੁਰ ਸ਼ਬਦ ਵਿਆਖਿਆ ਦਾ। ਇਸ ਵਿੱਚ ਰਚਨਾ 12ਵਾਂ ਰਾਗ ਮਾਝ ਵਿੱਚੋਂ ਧੰਨ ਗੁਰੂ ਅਰਜਨ ਸਾਹਿਬ ਦੁਆਰਾ ਉਚਰਿਤ ਕੀਤਾ ਗਿਆ ਹੈ ਪਾਵਨ ਪਦਾ ਜੋ ਸਾਵਣ ਸਿਰਨਾਵੇਂ ਹੇਠ ਹੈ। ਇਹਦਾ ਰੀਜ਼ਨ ਅਕਸਰ ਅਸੀਂ ਲੜੀਵਾਰ ਸ਼ਬਦ ਦੀ ਵਿਆਖਿਆ ਕਰਦੇ ਹਾਂ ਸ਼ਾਮ ਦੇ ਦੀਵਾਨ ਵਿੱਚ, ਕਿਉਂਕਿ ਦੇਸੀ ਮਹੀਨਿਆਂ ਦੀ ਵੰਡ ਮੁਤਾਬਕ ਅੱਜ ਤੋਂ ਸਾਵਣ ਮਹੀਨੇ ਦੀ ਪ੍ਰਾਰੰਭਤਾ ਹੋ ਰਹੀ ਹੈ। ਅਤੇ ਸਾਡੀ ਰਿਵਾਇਤ ਨੇ ਕਿ ਅਸੀਂ ਜਦੋਂ ਦੇਸੀ ਮਹੀਨਾ ਪ੍ਰਾਰੰਭ ਹੁੰਦਾ ਹੈ ਅਤੇ ਅਸੀਂ ਗੁਰਬਾਣੀ ਦੇ ਇਹਨਾਂ ਪਦਿਆਂ ਨੂੰ ਖਾਸ ਕਰਕੇ ਮਾਝ ਰਾਗ ਦਾ 12ਵਾਂ ਇਹ ਜਾਂ ਸੰਪੂਰਨ ਰੂਪ ਵਿੱਚ ਨਹੀਂ ਤਾਂ ਆਂਸ਼ਿਕ ਮੇਨ ਮਹੀਨੇ ਦੇ ਸਿਰਨਾਵੇਂ ਵਾਲੇ ਪਦੇ ਨੂੰ ਪੜ੍ਹਦੇ ਹਾਂ, ਦੁਹਰਾਉਂਦੇ ਹਾਂ, ਜਿੱਥੇ ਸਮਾਂ ਬਣਦਾ ਉਹਦੀ ਵਿਆਖਿਆ ਕਰਦੇ ਹਾਂ। ਸੋ ਉਸੇ ਰਿਵਾਇਤ ਵਿੱਚੋਂ ਹੀ ਇਹ ਅੱਜ ਦਾ ਸੰਗਤ ਦਾ ਦੀਵਾਨ ਅਸੀਂ ਇਸ ਪਾਸੇ ਲਿਜਾ ਰਹੇ ਹਾਂ। ਨਾਲ ਹੀ ਸਿੱਖ ਇਤਿਹਾਸ ਵਿੱਚ, ਸਿੱਖ ਵਿਰਾਸਤ ਵਿੱਚ ਸ਼ਾਇਦ ਹੀ ਕੋਈ ਦਿਨ ਐਸਾ ਹੋਏ ਜਿਸ ਦਿਨ ਸਾਡੇ ਕਿਸੇ ਮਹਾਨ ਮਰਜੀਵੜੇ ਸ਼ਹੀਦ ਦਾ ਕੋਈ ਦਿਨ ਨਾ ਹੋਏ। ਮਗਰ ਕੁਝ ਨਾਮ ਬਿਲਕੁਲ ਤਵਾਰੀਖ ਦੇ ਵਿੱਚ ਇਤਨੇ ਉੱਭਰਵੇਂ ਨੇ, ਤੁਸੀਂ ਉਹਨਾਂ ਨੂੰ ਚਾਹ ਕੇ ਵੀ ਕਿਸੇ ਤਰੀਕੇ ਨਾਲ ਅਵੋਇਡ ਨਹੀਂ ਕਰ ਸਕਦੇ। ਉਹਨਾਂ ਵਿੱਚੋਂ ਇੱਕ ਸ਼ਖਸੀਅਤ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ। ਅੱਜ ਉਹਨਾਂ ਦੀ ਸ਼ਹਾਦਤ ਹੈ। ਉਹਨਾਂ ਦੇ ਚਰਨਾਂ 'ਤੇ ਅਸੀਂ ਕੋਟਾਨ ਕੋਟ ਨਮਨ ਕਰਦੇ ਹਾਂ। ਸਿੱਖੀ ਦੇ ਸਿਦਕ ਨੂੰ, ਸਿਰੜ ਨੂੰ ਉਸ ਸ਼ਹੀਦ ਨੇ ਆਪਣੇ ਸਿਰ ਦਾ ਖੋਪਰ ਉਤਾਰ ਕੇ ਨਿਭਾਇਆ, ਜਿਸ ਨੂੰ ਅਰਦਾਸ ਦੇ ਬੋਲਾਂ ਦੇ ਵਿੱਚ ਹਰ ਸਿੱਖ, ਹਰ ਨਾਨਕ ਪ੍ਰਸਤ, ਹਰ ਨਾਨਕ ਨਾਮ ਲੇਵਾ ਜਦੋਂ ਵੀ ਕਿਤੇ ਆਪਣੀ ਰਜੋਈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਕਰਦਾ ਹੈ ਅਤੇ ਉਹਨਾਂ ਸ਼ਹੀਦਾਂ ਦੀ ਕਤਾਰ ਵਿੱਚ ਉਸ ਸ਼ਹੀਦ ਨੂੰ ਵੀ ਯਾਦ ਕੀਤਾ ਜਾਂਦਾ ਜਿਨ੍ਹਾਂ ਖੋਪਰ ਲੋਹਾਏ ਉਸ ਰੂਪ ਦੇ ਵਿੱਚ। ਉਹਨਾਂ ਨੂੰ ਵੀ ਨਮਨ ਕਰਾਂਗੇ
ਪਦੇ ਦੇ ਵਿੱਚ ਜਿਵੇਂ ਸਮੇਂ ਨੇ ਅਲਾਓ ਕੀਤਾ। ਸਭ ਤੋਂ ਪਹਿਲਾਂ ਇਸ ਪਦੇ ਦੀ ਵਿਆਖਿਆ ਹੈ। ਬਚਨ 12ਵਾਂ ਅਕਸਰ ਭਾਵੇਂ ਮਹੀਨੇ ਬਾਅਦ ਹੀ ਹੈ, ਪਰ ਜਦੋਂ ਕਿਤੇ ਸਮਾਂ ਬਣਦਾ ਅਸੀਂ ਚਰਚਾ ਕਰਦੇ ਹਾਂ ਕਿ 12ਵਾਂ ਰਚਨਾ ਇੱਕ ਫੋਕਲੋਰ ਦਾ ਬਹੁਤ ਪੁਰਾਣਾ ਪੰਜਾਬੀ ਗੀਤ ਕਾਫੀਏ ਦਾ ਰੂਪ ਹੈ, ਜਿਹਦੇ 'ਚ ਅਕਸਰ ਬਿਰਹਣੀ ਇਸਤਰੀਆਂ ਆਪਣੇ ਜਜ਼ਬਾਤਾਂ ਨੂੰ, ਪ੍ਰਦੇਸ਼ ਜਾ ਚੁੱਕੇ ਪਤੀ ਨੂੰ ਯਾਦ ਕਰਦਿਆਂ ਹੋਇਆਂ ਉਹਦੇ 'ਚ ਉਹਨੂੰ ਗੀਤਾਂ ਦੇ ਜ਼ਰੀਏ ਬੁਣਦੀਆਂ ਸੀਗੀਆਂ। ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਨੇ ਜਦੋਂ ਮਾਨਵ ਕਲਿਆਣ ਹਿੱਤ ਇਹ ਬਾਣੀ ਰਚੀ, ਬਾਣੀ ਸਾਰੀ ਕਲੈਕਟ ਕੀਤੀ ਵੱਖਰੇ ਵੱਖਰੇ ਭਗਤਾਂ ਨੂੰ, ਉਸ ਵਕਤ ਮਹਾਰਾਜ ਜੀ ਨੇ ਜਿੱਥੇ ਹੋਰ ਰਚਨਾਵਾਂ ਰਚੀਆਂ ਬਾਣੀ ਦੀਆਂ ਪੰਜਾਬੀ ਜ਼ਬਾਨ ਦੇ ਵਿੱਚ, ਪੰਜਾਬੀ ਕਾਫੀਏ ਵਿੱਚ, ਉੱਥੇ ਹੀ 12ਵਾਂ ਰਚਨਾ ਵੀ ਰਚੀ ਤੁਖਾਰੀ ਦੇ ਵਿੱਚ। ਵਕਤ ਪਾ ਕੇ ਗੁਰੂ ਅਰਜਨ ਸਾਹਿਬ ਨੇ ਸਾਰੀ ਬਾਣੀ ਕੰਪਾਈਲ ਕੀਤੀ, ਆਡਿਟ ਕੀਤੀ, ਗ੍ਰੰਥਬੱਧ ਕੀਤੀ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਵੀ ਫਿਰ ਰਚਨਾ 12ਵਾਂ ਰਚੀ ਮਾਝ ਰਾਗ ਦੇ ਵਿੱਚ, ਜੋ ਸਾਡੇ ਕੋਲ ਆ। ਸੋ ਇੱਕ ਐਗਜ਼ੈਕਟਲੀ ਉਸੇ ਤਰਜੀਹ ਦੇ ਵਿੱਚ ਹੈ ਜਦੋਂ ਗੁਰੂ ਨਾਨਕ ਸਾਹਿਬ ਨੇ ਉਚਰਿਤ ਕੀਤੀ। ਇਹ 'ਚ ਰੰਗ ਇਹ ਵੀ ਹੈ ਕਿ 12ਵਾਂ ਰੂਪ ਦੇ ਵਿੱਚ ਇਸਤਰੀਆਂ ਸਵਾਣੀਆਂ ਪ੍ਰਦੇਸ਼ ਜਾ ਚੁੱਕੇ ਆਪਣੇ ਖਾਵੰਦ ਨੂੰ, ਆਪਣੇ ਪਾਰਟਨਰ ਨੂੰ ਜਦੋਂ ਯਾਦ ਕਰਦੀਆਂ ਤਾਂ ਉਹਨਾਂ 'ਚ ਸਭ ਤੋਂ ਪਹਿਲੀ ਜਿਹੜੀ ਹਾਲਤ ਬਣਦੀ ਉਹ ਇਮੋਸ਼ਨਲ ਲੈਵਲ 'ਤੇ ਹੁੰਦੀ ਸੀਗੀ, ਜਿਹਨੂੰ ਅਸੀਂ ਹਿਜਰ ਕਹਿੰਦੇ ਹਾਂ, ਬਿਰਹਾ, ਵਿਛੋੜੇ ਦੀ ਕਸਕ। ਸੋ ਕਿਸੇ ਨੂੰ ਮਿਲਣ ਦੀ ਜਿਹੜੀ ਕ੍ਰੇਵਿੰਗ ਹੁੰਦੀ ਹੈ, ਜਿਹੜੀ ਅੰਦਰ ਤੜਪ ਹੁੰਦੀ ਹੈ, ਉਸ ਅਧਰੇਵੇਂ ਦੀ, ਉਸ ਵਿਛੋੜੇ ਦੀ ਬਾਤ ਹੈ 12ਵਾਂ ਰਚਨਾ ਦੇ ਵਿੱਚ। ਇਹਦੇ ਵਿੱਚ ਗੁਰੂ ਮਹਾਰਾਜ ਬਿਆਨ ਕਰਦੇ ਕਿ ਸਾਡੀ ਇਹ ਰੂਹ, ਪਰਮ ਰੂਹ ਕਰਤਾਰ ਤੋਂ ਵਿਸਰੀ, ਵਿਛੜੀ ਹੈ, ਅਤੇ ਇਸ ਰੂਹ ਦੇ ਵਿੱਚ ਜਦੋਂ ਉਹਦੇ ਬਾਬਤ ਅਵੇਅਰਨੈਸ ਆਉਂਦੀ ਹੈ ਕਿ ਉਹ ਮੇਰਾ ਵਿਛੋੜਾ ਉਸ ਕਰਤਾਰ ਤੋਂ ਹੋ ਗਿਆ, ਉਹ ਅੰਕਾਰ ਤੋਂ ਹੋ ਗਿਆ, ਫਿਰ ਉਹ ਤੜਪਦੀ ਹੈ। ਉਸ ਤੜਪ ਨੂੰ ਬਿਆਨ ਕੀਤਾ ਗਿਆ, ਜਿਹਦੀ ਪ੍ਰੰਭਤਾ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿੰਦਿਸ ਪਰਮੇ ਥਕੇ ਆਏ ਪ੍ਰਭ ਕੀ ਸ਼ਾਮ, ਤਿੰਨ ਦੁਦੇ ਤੇ ਬਾਹਰੀ ਕਿਤੇ ਨਾ ਆਵੈ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾ ਹੀ ਤਾਮ। ਜਿੱਥੇ ਪਦੇ ਪ੍ਰਾਰੰਭ ਹੁੰਦੇ ਉਹ 'ਚ ਗੁਰੂ ਸਾਹਿਬ ਜੀ ਬਿਆਨ ਕਰਦੇ ਉਸ ਕਸਕ ਨੂੰ, ਉਸ ਵੇਦਨ ਨੂੰ, ਉਸ ਪੀੜਾ ਨੂੰ। ਫਿਰ ਜਦੋਂ ਬਹੁਤ ਮਤਲਬ ਅੱਜ ਦੀ ਸਾਇੰਟੀਫਿਕ ਲੈਵਲ 'ਤੇ ਵੀ ਅਸੀਂ ਬਾਤ ਕਰੀਏ, ਸਾਡੇ ਬ੍ਰੇਨ ਦੇ ਵਿੱਚ ਐਬਿਲਿਟੀ ਹੈ ਕਿਸੇ ਪੇਨ ਨੂੰ, ਕਿਸੇ ਸੌਰੋ ਨੂੰ, ਕਿਸੇ ਉਸ ਕਹਿ ਲਓ ਕਿ ਪੀੜ ਨੂੰ ਬਰਦਾਸ਼ਤ ਕਰਨ ਦੀ। ਅਦਰਵਾਈਜ਼ ਜੋ ਲਗਾਤਾਰ ਵੱਧਦੀ ਜਾਏ ਅਤੇ ਸਾਡੀ ਜਿਹੜੀ ਹੈ ਬਾਡੀ ਵੀ ਕੋਲੈਪਸ ਕਰ ਜਾਂਦੀ ਹੈ, ਸਾਡਾ ਬ੍ਰੇਨ ਵੀ ਜਵਾਬ ਦੇ ਜਾਂਦਾ ਹੈਗਾ। ਜਿਵੇਂ ਲੋਕਾਂ ਨੂੰ ਦੌਰੇ ਪੈ ਜਾਂਦੇ ਨੇ, ਪੈਨਿਕ ਅਟੈਕ ਹੋ ਜਾਂਦੇ, ਲੋਕਾਂ ਨੂੰ ਈਵਨ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਦੀ ਯਾਦਾਸ਼ਤ ਚਲੀ ਜਾਂਦੀ, ਡੈਥ ਵੀ ਹੋ ਜਾਂਦੀ ਜਦੋਂ ਬਹੁਤ ਸੋਰੋ ਜਾਂ ਪੇਨ ਵੱਧਦਾ ਹੈ। ਕਈ ਵਾਰ ਲੋਕਾਂ ਦੀ ਮੌਤ ਹੀ ਹੋ ਜਾਂਦੀ, ਕੋਈ ਫਿਜ਼ੀਕਲ ਪੇਨ ਬਰਦਾਸ਼ਤ ਨਹੀਂ ਹੋਈ, ਜਾਂ ਮੈਂਟਲ ਪੇਨ ਵੀ ਕਈ ਵਾਰੀ ਮਤਲਬ ਇਸ ਲੈਵਲ 'ਤੇ ਚਲੀ ਜਾਂਦੀ ਕਿ ਬੰਦਾ ਬਿਲਕੁਲ ਉਹਦੇ ਵਿੱਚ ਹੀ ਕੋਲੈਪਸ ਕਰ ਜਾਂਦਾ ਉਸ ਰੂਪ ਦੇ ਵਿੱਚ। ਫਿਰ ਉਹਦੇ 'ਚੋਂ ਬਚਣ ਦਾ ਤਰੀਕਾ ਕੀ ਹੈ? ਬਚਣ ਦਾ ਤਰੀਕਾ ਇਹ ਹੈ ਕਿ ਉਸ ਪੀੜਾ ਨੂੰ ਤੁਸੀਂ ਟੋਲਰੇਟ ਕਰ ਸਕਦੇ ਹੋ, ਤੁਸੀਂ ਉਹਦੇ ਨਾਲ ਕੋਪ ਕਰ ਸਕਦੇ ਹੋ ਜੇ ਤੁਹਾਨੂੰ ਮਿਲਣ ਦੀ ਆਸ ਆ ਜਾਏ, ਤੇ ਹੋਪ ਆ ਜਾਏ, ਉਮੀਦ ਆ ਜਾਏ, ਕੋਈ ਉਮੀਦ ਦਿਖਾ ਦੇ ਵੀ ਨਹੀਂ ਭਾਈ ਪੇਨ ਤੇ ਹੈ, ਪੀੜਾ ਤੇ ਹੈ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਪਰ ਇਸ ਰਾਤ ਤੋਂ ਬਾਅਦ ਦਿਨ ਵੀ ਹੈ। ਸੋ ਹੁਣ ਆਪਾਂ ਕਿਸੇ ਤਰੀਕੇ ਦੇ ਨਾਲ ਇਸ ਰਾਤ ਦਾ ਸਫ਼ਰ ਤੈਅ ਕਰਨਾ ਹੈ, ਐਂਡ then there is bright light, we can enjoy that oneness. For that Guru Maharaj has written second stanza in this 12ਵਾਂ rachana when we read ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ, ਚੇਤੇ ਕਰ ਉਸ ਕਣੇ ਆਨੰਦ ਤੱਕ ਪਹੁੰਚ ਜਾਏਗਾ। ਜਿੱਥੇ ਚੇਤੇ ਕਰਨ ਦਾ ਮਤਲਬ ਹੈ ਸਿਮਰਨ, ਉਹਦੇ ਅਹਿਸਾਸ ਨੂੰ ਆਪਣੇ ਅੰਦਰ ਉਕੇਰਨਾ ਉਸ ਰੂਪ ਦੇ ਵਿੱਚ। ਫਿਰ ਇੱਥੋਂ ਇੱਕ ਜਰਨੀ ਹੁੰਦੀ ਹੈ ਸ਼ੁਰੂ ਜਗਿਆਸੂ ਦੀ, ਫਿਰ ਉਹ ਥੋੜ੍ਹਾ ਅੱਗੇ ਜਾਂਦਾ ਹੈ, ਫਿਰ ਉਹਨੂੰ ਦੁਬਾਰਾ ਉਹ ਪੇਨ ਜਿਹੜੀ ਹੈ ਵਾਪਸ ਆਉਂਦੀ ਹੈ, ਵੈਸਾਖ ਤੀਰਨ ਕਿਉਂ ਵਾਂਢੀਆਂ ਜਿੰਨਾ ਪ੍ਰੇਮ ਵਿਛੋ, ਫਿਰ ਥੋੜ੍ਹਾ ਅੱਗੇ ਵੱਧਦਾ ਹੈ, ਅਹਿਸਾਸ ਹੁੰਦਾ ਨਹੀਂ ਕਰਤਾਰ ਬੜਾ ਬੇਅੰਤ ਹੈ, ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਵਨ, ਫਿਰ ਅੱਗੇ ਬਚਨ ਆਉਂਦਾ ਆਸਾੜ ਤਪੰਦਾ ਤਿਸ ਲੱਗਾ ਹਰ ਨਾਹਨਾ ਜਿੰਨਾ ਪਾਸ। ਫਿਰ ਜਦੋਂ ਅੱਗੇ ਵੱਧਦੇ ਹਾਂ ਤਾਂ ਫਿਰ ਪਤਾ ਲੱਗਦਾ ਕਿ ਜਿਵੇਂ ਅੱਜ ਦਾ ਬਚਨ ਅਸੀਂ ਪੜ੍ਹ ਰਹੇ ਹਾਂ ਕਿ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਕਿ ਜਦੋਂ ਰੁੱਤ ਬਦਲਦੀ ਹੈ, ਮੌਸਮ ਬਦਲਦਾ ਹੈ। ਆਪ ਜੇ ਪਿੱਛੇ ਦੇਖੋ ਜੇਠ ਦੇ ਮਹੀਨੇ ਦੇ ਵਿੱਚ, ਆਸਾੜ ਦੇ ਮਹੀਨੇ ਦੇ ਵਿੱਚ ਉੱਥੇ ਲੂਆਂ ਚੱਲਦੀਆਂ, ਬਹੁਤ ਗਰਮੀ ਹੁੰਦੀ, ਬੇਤਹਾਸ਼ਾ ਧਰਤੀ ਸੜ ਜਾਂਦੀ ਹੈ, ਜੇ ਲੱਗਦਾ ਖਤਮ ਹੋ ਜਾਣਾ ਸਭ ਕੁਝ, ਮਗਰ ਤਾਂ ਹੀ ਤੇ ਸਾਵਣ ਆਉਂਦਾ, ਬੱਦਲ ਆਉਂਦੇ, ਉਹ ਧਰਤੀ ਨੂੰ ਉਸ ਰੂਪ ਦੇ ਵਿੱਚ ਨਹਿਲਾ ਦਿੰਦੇ ਪਾਣੀ ਦੇ ਨਾਲ,
ਉਸੇ ਧਰਤੀ ਦੇ ਉੱਤੇ ਜਿੱਥੇ ਕੁਛ ਘਾਹ ਦੇ ਬੂਟ ਨਹੀਂ ਸੀ ਦਿਸ ਰਿਹਾ, ਕੁਛ ਨਹੀਂ ਸੀਗਾ, ਉੱਥੇ ਦੁਬਾਰਾ ਹਰਿਆਵਲ ਆਉਂਦੀ ਹੈ। ਉੱਥੇ ਬਿਰਖਾਂ ਨੂੰ ਪੱਤ ਦੁਬਾਰਾ ਫੁੱਟਦੇ ਨੇ, ਫਸਲਾਂ ਲੈ ਲਹਾ ਉੱਠਦੀਆਂ ਨੇ। ਬਹੁਤ ਸਾਰੇ ਫਲ ਜਿਵੇਂ ਅੰਬ ਨੇ, ਜਿਵੇਂ ਜਾਮਣੂ ਨੇ, ਜਿਵੇਂ ਅਮਰੂਦ ਹੈ, ਬਹੁਤ ਸਾਰੇ ਇਸ ਰੁੱਤ ਦੇ ਫਲ ਜਿਹੜੇ ਨੇ ਸਾਰੇ ਫਲ ਪੱਕਦੇ ਨੇ ਸਾਵਣ ਦੇ ਨਾਲ। ਸੋ ਇੱਕ ਰਸ ਨਾਲ ਭਰ ਜਾਂਦਾ ਸਾਰਾ ਇਨਵਾਇਰਮੈਂਟ, ਉਸ ਰੂਪ ਵਿੱਚ ਬਾਤ ਆਉਂਦੀ ਹੈ। ਹੁਣ ਇਹਦੇ 'ਚ ਸਰਦਾਰ ਭਾਈ ਸਾਹਿਬ ਭਾਈ ਤਾਰੂ ਸਿੰਘ ਸ਼ਹੀਦ ਦੀ ਬਾਤ ਵੀ ਥੋੜ੍ਹੀ ਕਰੀਏ। ਦੇਖੋ ਕੁਛ ਚੀਜ਼ਾਂ ਐਸੀਆਂ ਨੇ ਜਿਵੇਂ ਅੱਜ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਦੇਖਦੇ ਹਾਂ ਅਤੇ ਸਾਨੂੰ ਬਹੁਤ ਸਾਰੇ ਇਸ਼ੂਜ਼ ਨੇ, ਸੱਚ ਐਜ਼ ਬੀਤੇ ਕੱਲ੍ਹ ਹੀ ਬੈਰੀ ਏਰੀਏ 'ਚ ਟੋਰਨੈਡੋ ਹਿੱਟ ਕੀਤਾ ਆ। ਦੈਟ ਦੋਜ਼ ਆਰ ਦ ਸਾਈਨਸ ਆਫ ਐਕਚੁਅਲੀ ਗਲੋਬਲ ਵਾਰਮਿੰਗ ਡਾਇਰੈਕਟਲੀ ਵਿਦਾਊਟ ਐਨੀ ਐਕਚੁਅਲੀ ਡਿਬੇਟ। ਜਰਮਨੀ ਯੂਰਪ ਦੇ ਵਿੱਚ ਫਲੱਡਿੰਗ ਹੋ ਰਹੀ ਹੈ ਬੜੀ ਬੁਰੀ ਤਰ੍ਹਾਂ, ਮਤਲਬ ਕੋਈ 70 ਕੁ ਲੋਕ ਮਰ ਗਏ ਨੇ ਪਿਛਲੇ 24 ਘੰਟਿਆਂ ਦੇ ਵਿੱਚ, ਘਰਾਂ ਦੇ ਘਰ ਪਾਣੀ ਦੇ ਸਿੰਕ ਕਰ ਗਏ ਨੇ। ਮਤਲਬ ਸਾਰਾ ਕੁਛ ਵਾਟ ਇਜ਼ ਦਿਸ? ਡੈਫੀਨੇਟਲੀ ਦੀਜ਼ ਆਰ ਦ ਸਾਇੰਸ ਆਫ ਗਲੋਬਲ ਵਾਰਮਿੰਗ। ਅੱਗੇ ਵੀ ਬਰਸਾਤਾਂ ਹੁੰਦੀਆਂ ਸਭ, ਪਰ ਇਸ ਲੈਵਲ 'ਤੇ ਜਿਹੜਾ ਵੈਦਰ ਦਾ ਅਸੀਂ ਇੱਕ ਕਲਾਈਮੇਟ ਚੇਂਜ ਦੇ ਰੂਪ ਵਿੱਚ ਦੇਖ ਰਹੇ ਹੈਗੇ ਹਾਂ। ਸੋ ਇਹ ਚੀਜ਼ਾਂ ਨੋਟਿਸੇਬਲ ਨੇ। ਸੋ ਇਹ ਸਮੱਸਿਆ ਗਲੋਬਲ ਨੇ, ਗਲੋਬਲ ਲੈਵਲ 'ਤੇ ਲੋਕਾਂ ਨੂੰ ਇਸ਼ੂਜ਼ ਹੈਗੇ ਨੇ। ਇਸ ਤੋਂ ਬਿਨਾਂ ਅੱਜ ਦੀ ਤਾਰੀਖ ਦੇ ਵਿੱਚ ਤੇ ਕੋਵਿਡ-19 ਹੀ ਬੜਾ ਵੱਡਾ ਇਸ਼ੂ ਹੈ, ਗਲੋਬਲ ਇਸ਼ੂ ਹੈ, ਪੈਂਡੈਮਿਕ ਹੈ, ਇੱਕ ਨੋਵਲ ਵਾਇਰਸ ਹੈ ਜਿਹਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਲਿਆ। ਇਹੋ ਜਿਹੀਆਂ ਸਮੱਸਿਆ ਮਿਲ ਜਾਣਗੀਆਂ ਜਿਹੜੀਆਂ ਇੰਟਰਨੈਸ਼ਨਲ ਬਿਯੋਂਡ ਬਾਰਡਰਸ ਨੇ। ਫਿਰ ਕੁਝ ਸਮੱਸਿਆਵਾਂ ਬਾਊਂਡਰੀਜ਼ ਦੇ ਵਿੱਚ ਹੀ ਨੇ, ਜਿਵੇਂ ਕੌਂਟੀਨੈਂਟ ਦੀਆਂ ਸਮੱਸਿਆਵਾਂ ਕਹਿ ਲਓ। ਅਫਰੀਕਾ ਦੀ ਸਮੱਸਿਆ ਪਾਣੀ ਦੀ ਕਮੀ ਹੈ। ਜੇ ਆਪਾਂ ਸਾਊਥ ਏਸ਼ੀਅਨ ਕੌਂਟੀਨੈਂਟ ਦੀ ਗੱਲ ਕਰੀਏ, ਬੇਤਹਾਸ਼ਾ ਕਰਪਸ਼ਨ ਅਤੇ ਬੇਤਹਾਸ਼ਾ ਜਿਹੜੀ ਇੰਟੋਲਰੈਂਸ ਹੈ ਇੱਕ ਦੂਜੇ ਦੇ ਪ੍ਰਤੀ, ਉਹ ਹੈਗੀ ਹੈ। ਜੇ ਅਸੀਂ ਸਾਊਥ ਅਮਰੀਕਾ ਚਲੇ ਜਾਈਏ, ਉੱਥੇ ਆਪਣੇ ਤਰੀਕੇ ਦੀ ਹਾਲਤ ਹੈ, ਲਾ ਐਂਡ ਆਰਡਰ ਨਹੀਂ ਹੈਗਾ, ਉਹ ਸਭ ਚੀਜ਼ਾਂ ਨਹੀਂ ਹੈਗੀਆਂ। ਆਪਾਂ ਨਾਰਥ ਅਮਰੀਕਾ ਚਲੇ ਆਈਏ ਅਤੇ ਇੱਧਰਲੇ ਪਾਸੇ ਸਮੱਸਿਆਵਾਂ ਆਪਣੀਆਂ ਹੈਗੀਆਂ ਨੇ। ਇੱਥੇ ਜਿਹੜੀ ਫਰੀਡਮ ਆ ਉਹਦਾ ਇੱਕ ਨੈਕਸਟ ਲੈਵਲ ਆ ਰਿਹਾ ਹੈਗਾ, ਜਿਹਦੇ 'ਚੋਂ ਮਤਲਬ ਡਿਫਰੈਂਟ ਲੈਵਲ ਦੇ ਅਗਲੇ ਚੈਪਟਰਸ ਖੁੱਲ੍ਹ ਰਹੇ ਸਮਾਜ ਦੇ ਵਿੱਚ। ਉਸ ਤਰੀਕੇ ਦੇ ਨਾਲ ਸਮਾਜ ਦੀ ਬਣਤਰ, ਡੈਮੋਗ੍ਰਾਫਿਕਸ ਚੇਂਜ ਹੋ ਗਏ ਸਾਰੇ। ਸੋ ਇਹ ਇੱਕ ਕੌਂਟੀਨੈਂਟਸ ਦੇ ਲੈਵਲ 'ਤੇ ਸਮੱਸਿਆ। ਫਿਰ ਇੱਕ ਨੈਸ਼ਨਲ ਲੈਵਲ 'ਤੇ ਵੀ ਸਮੱਸਿਆਵਾਂ ਆਉਂਦੀਆਂ ਨੇ, ਮੁਲਕਾਂ ਦੀਆਂ ਆਪਣੇ ਬਾਊਂਡਰੀਜ਼ ਦੇ ਵਿੱਚ ਜਿਵੇਂ ਮੁਸ਼ਕਿਲਾਂ ਬਣਦੀਆਂ, ਉਹਨਾਂ ਨੂੰ ਆਪਣੇ ਤੌਰ 'ਤੇ ਦੋ ਚਾਰ ਹੋਣਾ ਪੈਂਦਾ। ਫਿਰ ਹੌਲੀ ਹੌਲੀ ਹੋਰ ਨੈਰੋ ਡਾਊਨ ਕਰਾਂਗੇ ਅਤੇ ਕੌਮਾਂ ਦੀਆਂ ਵੀ ਸਮੱਸਿਆਵਾਂ ਨੇ। ਜਿਵੇਂ ਸਾਡੀ ਅੱਜ ਦੀ ਤਾਰੀਖ ਦੇ ਦੇਖੀਏ ਤਾਂ ਪਤਿਤ ਪੁਣੇ ਦੀ ਸਮੱਸਿਆ ਜਿਹੜੀ ਹੈ ਉਹ ਸਾਡੀ ਕੌਮੀ ਸਮੱਸਿਆ ਆ, ਗਲੋਬਲ ਨਹੀਂ ਹੈਗੀ। ਉਹ ਇੰਟਰਨੈਸ਼ਨਲ ਲੈਵਲ ਦੀ ਨਹੀਂ ਹੈਗੀ, ਉਹ ਕਿਸੇ ਨੇਸ਼ਨ ਦੀ ਵੀ ਨਹੀਂ ਹੈਗੀ, ਮਤਲਬ ਕਿਸੇ ਖਾਸ ਸਥਾਪਿਤ ਖਿੱਤੇ ਮੁਲਕ ਦੇ ਰੂਪ ਦੇ ਵਿੱਚ। ਇਹ ਕੌਮੀ ਸਮੱਸਿਆ ਆ। ਇਹਦੇ ਨਾਲ ਜਿਹੜਾ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕਰਦੇ ਹੈਗੇ ਹਾਂ ਨਾ, ਅਤੇ ਉਹਨਾਂ ਦੇ ਅਸੀਂ ਦੇਖਦੇ ਹਾਂ, ਖਾਲਸਾ ਮੇਰੋ ਰੂਪ ਹੈ ਖਾਸ। ਹੁਣ ਖਾਸ ਰੂਪ ਹੈ, ਖਾਸ ਰੂਪ ਇਹੀ ਹੈ ਕਿ ਦਸਤਾਰ ਹੈ ਸਿਰ ਦੇ ਉੱਤੇ, ਕੇਸ ਨੇ ਚਿਹਰੇ ਦੇ ਉੱਤੇ, ਤੋ ਕੇਸਾਂ ਦੀ ਸੰਭਾਲ ਹੈ, ਉਹ ਪੰਜ ਕਕਾਰੀ ਰਹਿਣੀ ਰਹਿਤ ਹੈ, ਸਭ ਚੀਜ਼ਾਂ ਉਸ ਰੂਪ ਵਿੱਚ ਕੌਮੀ ਆਈਡੈਂਟਿਟੀ ਹੈ। ਅਤੇ ਜੇ ਇਹਦੇ ਬਾਬਤ ਅਸੀਂ ਅਵੇਅਰ ਨਹੀਂ ਹੋਵਾਂਗੇ ਤਾਂ ਅਲਟੀਮੇਟਲੀ ਕੀ ਹੋਏਗਾ? ਹੋਏਗਾ ਇਹ ਕਿ ਉਹ ਪਤਿਤ ਪੁਣਾ ਜਿਹੜਾ ਆ ਸਾਡੇ ਉਸ ਨਰਾਲੇਪਨ ਨੂੰ, ਸਾਡੇ ਉਸ ਖਾਸ ਰੂਪ ਨੂੰ ਖਾ ਜਾਏਗਾ। ਅਤੇ ਇਹਦੇ ਬਾਬਤ ਚੈਲੰਜਿਸ ਸਾਨੂੰ ਮੁੱਢ ਕਦੀਮਾਂ ਤੋਂ ਹੀ ਰਹੇ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ 'ਚ ਦੇਖਦੇ ਹਾਂ ਕਿਵੇਂ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ, ਕਤਲਗਾਹ ਬਣਾ ਦਿੱਤੀ ਜਾਂਦੀ ਹੈ ਦਿੱਲੀ। ਫਿਰ ਉਸ ਤੋਂ ਬਾਅਦ ਲਗਾਤਾਰ ਸਰਕਾਰੇ ਦਰਬਾਰੇ ਆਰਡਰ ਨਿਕਲਦੇ ਨੇ, ਆਰਡੀਨੈਂਸ ਨਿਕਲਦੇ ਨੇ। ਮਤਲਬ ਉਸ ਸਮੇਂ ਦੇ ਵਿੱਚ, ਜਿਸ ਸਮੇਂ 'ਚ 6-7 ਰੁਪਏ ਤੋਂ ਵੱਧ ਕੇ ਤਨਖਾਹ ਨਹੀਂ ਸੀ ਹੁੰਦੀ ਕਿਸੇ ਅਫਸਰ ਦੀ, ਇੱਕੋ ਝਟਕੇ ਦੇ ਵਿੱਚ ਇੱਕੋ ਸਮੇਂ ਦੇ ਵਿੱਚ 80 ਰੁਪਏ ਕਮਾਉਣ ਦਾ ਮੌਕਾ ਦੇ ਦਿੱਤਾ ਗਿਆ ਕਿਸੇ ਸਿੱਖ ਨੂੰ। ਫੜ ਲਿਆ ਜਿਉਂਦੇ ਨੂੰ। ਮਤਲਬ ਇਸ ਕਿਸਮ ਦੇ ਨਾਲ ਸਿੱਖਾਂ ਨੂੰ ਹੰਟ ਕੀਤਾ ਗਿਆ, ਕਤਲ ਕੀਤਾ ਗਿਆ, ਇਹ ਸਭ ਹੋਈਆਂ। ਫਿਰ ਉਸੇ ਸਮੇਂ ਦੇ ਵਿੱਚ ਜਦੋਂ ਇਹੋ ਜਿਹੇ ਚੈਲੰਜਿਸ ਹੋਣ, ਉਦੋਂ ਕੋਈ ਆਪਣੇ ਸਿੱਖੀ ਸਰੂਪ ਨੂੰ ਪਿਆਰ ਕਰੇ, ਕੋਈ ਛੋਟੀ ਚੀਜ਼ ਤਾਂ ਨਹੀਂ ਹੈ। ਸਿੱਖ ਆਈਡੈਂਟਿਟੀ ਦੇ ਨਾਲ ਲਿਵ ਕਰੇ। ਤਾਂ ਐਕਚੁਅਲੀ ਆਈ ਐਮ ਸੇਇੰਗ that person is living with that identity. No, that person is choosing to die with that identity. ਮਤਲਬ ਇਸ ਤੋਂ ਵੱਡੀ ਹਾਇਰ ਲੈਵਲ ਦੀ ਗੱਲ ਕੀ ਹੋ ਸਕਦੀ ਹੈ? ਜਦੋਂ ਅਸੀਂ ਅੱਜ ਬਾਤ ਕਰਦੇ ਹਾਂ, ਸਾਨੂੰ ਅੱਜ ਸ਼ਾਇਦ ਉਸ ਲੈਵਲ 'ਤੇ ਪਹਿਲਾਂ ਬਾਤ ਕੀਤੀ, ਸਾਨੂੰ ਸਮੱਸਿਆਵਾਂ ਬਹੁਤ ਨੇ ਵੱਡੇ ਵੱਡੇ ਲੈਵਲ 'ਤੇ ਉਸ ਢੰਗ ਨਾਲ। ਬਟ ਜਦੋਂ ਅਸੀਂ ਬਿਲਕੁਲ ਕੌਮੀ ਪੱਧਰ 'ਤੇ ਆਵਾਂਗੇ ਫਿਰ ਸਾਨੂੰ ਪਤਾ ਲੱਗੇਗਾ ਸਾਡੀ ਸਮੱਸਿਆ ਕੀ ਹੈ।
ਫਿਰ ਇਹ ਵੀ ਹੈ ਕਿ ਸਿੱਖੀ ਬੇਸਡ ਆ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ 'ਤੇ। ਮਤਲਬ ਇਹ ਸਤਿਗੁਰੂ ਨਾਨਕ ਸਾਹਿਬ ਨੇ, ਉਹਨਾਂ ਨੇ ਮਤਲਬ ਕਰਤਾਰੀ ਹੁਕਮ ਦੇ 'ਚ ਹੀ ਬਾਣੀ ਰਚੀ, ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਬਿਲਕੁਲ ਲੇਟੈਸਟ ਸਪਿਰਿਚੁਅਲ ਮੈਸੇਜ ਪਿਓਰ ਰੂਪ ਦੇ 'ਚ ਡਿਵਾਈਨ ਲੈਵਲ 'ਤੇ ਸਾਨੂੰ ਬਿਲਕੁਲ ਉਸ ਤਰੀਕੇ ਨਾਲ ਹੀ ਸੰਭਾਲ ਦਿੱਤਾ। ਫਿਰ ਉਹਦੇ ਵਿੱਚੋਂ ਹੀ ਸਾਡੀ ਰਹਿਣੀ ਰਹਿਤ ਤੇ ਸਭ ਚੀਜ਼ਾਂ ਤਸੱਵੁਰ ਹੋਈਆਂ, ਨਿਕਲੀਆਂ ਸਭ ਉਸ ਰੂਪ ਦੇ ਅੰਦਰ। ਅਤੇ ਇਹਨਾਂ ਦੇ ਜ਼ਰੀਏ ਉਸ ਖਿੱਤੇ 'ਚ ਰਹਿਣ ਵਾਲੇ ਲੋਕ, ਜਿਨ੍ਹਾਂ ਦੇ ਬਾਬਤ ਬਹੁਤ ਸਾਰੇ ਐਸੇ ਤਖੱਲਸ ਤੁਹਾਨੂੰ ਈਜ਼ੀਲੀ ਮਿਲ ਜਾਣਗੇ ਕਿ ਆ ਗਿਆ ਇਹ ਲੋਕ ਬੁਜ਼ਦਿਲ ਨੇ, ਇਹ ਲੋਕ ਗਵਾਰ ਨੇ, ਇਹ ਲੋਕ ਜ਼ਾਹਿਲ ਨੇ, ਇਹ ਲੋਕ ਗੁਲਾਮ ਨੇ, ਇਹ ਲੋਕ ਮਤਲਬ ਜਿਹਨਾਂ ਦੀ ਕੋਈ ਆਪਣੀ ਪਹਿਚਾਣ ਕੁਛ ਵੀ ਨਹੀਂ ਸੀਗੀ। ਉਸ ਖਿੱਤੇ ਦੇ ਵਿੱਚੋਂ, ਪੰਜਾਂ ਦਰਿਆਵਾਂ ਦੀ ਧਰਤੀ ਦੇ ਵਿੱਚੋਂ, ਉਸ ਲੈਬ ਵਿੱਚੋਂ ਇੱਕ ਨੇਸ਼ਨ ਖੜਾ ਕਰ ਦਿੱਤਾ, ਜਿਸ ਨੇਸ਼ਨ ਨੇ ਪੂਰੀ ਦੁਨੀਆ 'ਚ ਆਪਣੀ ਹੋਂਦ ਸਥਾਪਿਤ ਕੀਤੀ। ਈਸਟ ਇੰਡੀਆ ਕੰਪਨੀ ਵਰਗੀ ਮਤਲਬ ਬ੍ਰਿਟਿਸ਼ ਜਿਹੜੀ ਪਾਵਰ ਸੀਗੀ, ਐਡੀ ਵੱਡੀ ਐਮਪਾਇਰ ਸੀਗੀ, ਉਸ ਨੂੰ ਉਹਨਾਂ ਦੇ ਖੜੇ ਹੋ ਕੇ ਉੱਥੇ ਦਸਤਕ ਦਿੱਤਾ ਅਤੇ ਉਹਨਾਂ ਨਾਲ ਟਰੀਟੀ ਕੀਤੀ ਵਕਤੀ ਤੌਰ 'ਤੇ। ਫਿਰ ਬਾਅਦ ਦੇ ਵਿੱਚ ਆਪਣੇ ਪੂਰੇ ਮੁਹਾਜ ਦਾ ਜ਼ੋਰ ਲਗਾ ਕੇ ਉੱਥੇ ਕਾਬਜ ਹੋਏ, ਅਤੇ ਫਿਰ ਕਾਬਜ ਹੋਣ ਤੋਂ ਬਾਅਦ ਸਿੱਖ ਆਈਡੈਂਟਿਟੀ ਨੂੰ ਦੁਬਾਰਾ ਆਪਣੇ ਤੌਰ 'ਤੇ ਸਥਾਪਿਤ ਰੱਖਿਆ ਆਪਣੇ ਨਾਲ। ਜਿੱਥੇ ਸਿੱਖ ਰੈਜੀਮੈਂਟਸ ਬਣਦੀਆਂ ਨੇ, ਫਿਰ ਪੰਜਾਬ ਰੈਜੀਮੈਂਟਸ ਬਣਦੀਆਂ, ਸਭ ਚੀਜ਼ਾਂ ਸਾਡੇ ਸਾਹਮਣੇ ਨੇ। ਫਿਰ ਵਕਤ ਆਪਣੀ ਜਾਚੇ ਬਤੀਤ ਹੁੰਦਾ ਆ, ਡਾਇਸਪੋਰਾ 'ਚ ਸਿੱਖ ਆਮਦ ਲੈਂਦਾ ਆ। ਫਿਰ ਜਗ੍ਹਾ ਜਗ੍ਹਾ ਅੱਜ ਅਸੀਂ ਟੋਰਾਂਟੋ ਦੇ ਗਿਰਦੇ ਰਵਾਨ ਦੇ ਵਿੱਚ ਏਡੀ ਵੱਡੀ ਇਮਾਰਤ ਦੇ 'ਚ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਆ। ਪੈਂਡੈਮਿਕ ਚੱਲ ਰਹੀ ਸੀ ਅਤੇ ਪੂਰੇ ਪੈਂਡੈਮਿਕ ਦੇ ਵਿੱਚ 15-16 ਮਹੀਨਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ 'ਚੋਂ ਲੰਗਰਾਂ ਦੀ ਸੇਵਾ ਲਗਾਤਾਰ ਚੱਲਦੀ ਰਹੀ। ਅਤੇ ਇਕੱਲਾ ਇੱਕ ਨਹੀਂ, ਨਾਰਥ ਅਮਰੀਕਾ ਦੇ ਹਰ ਗੁਰਦੁਆਰੇ ਦੇ ਵਿੱਚੋਂ ਇਸ ਕਿਸਮ ਦਾ ਕੰਟਰੀਬਿਊਸ਼ਨ ਸਾਨੂੰ ਮਿਲਿਆ। ਸੋ ਇਹ ਸਭ ਚੀਜ਼ਾਂ ਨੂੰ ਰਿਕਗਨਾਈਜ਼ ਵੀ ਕੀਤਾ ਗਿਆ। ਆਪ ਹੋਰ ਅਗਲੇ ਲੈਵਲ 'ਤੇ ਜਾਓ, ਬੀਇੰਗ ਏ ਨੇਸ਼ਨ, ਸਿੱਖੀ ਦੇ ਤੌਰ 'ਤੇ ਬਾਤ ਕਰਦੇ ਹਾਂ, ਕੈਨੇਡੀਅਨ ਬਲੱਡ ਸਰਵਿਸਿਜ਼ ਚਲੇ ਜਾਓ, ਤੁਹਾਨੂੰ ਬਲੱਡ ਡੋਨੇਸ਼ਨ ਦੇ 'ਚ ਆਪਣਾ ਕੰਟਰੀਬਿਊਸ਼ਨ ਦੇਖੋ ਐਜ਼ ਏ ਸਿੱਖ ਨੇਸ਼ਨ ਦੇ ਤੌਰ 'ਤੇ, ਜਾਂ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ। ਇਹ ਐਸੀ ਵਰਚੂਜ਼ ਦੇ ਨਾਲ, ਕੁਆਲਿਟੀਜ਼ ਦੇ ਨਾਲ ਬਿਲਕੁਲ ਲਬਰੇਜ਼, ਬਿਲਕੁਲ ਸਰਾਬੋਰ, ਬਿਲਕੁਲ ਜਿਹੜੀ ਹੈ ਮਿੰਗਲ ਕਮਿਊਨਿਟੀ ਇਹ ਗੁਰੂ ਨਾਨਕ ਦੀ ਸਥਾਪਿਤ ਕੀਤੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਥਾਪਿਤ ਕੀਤੀ ਹੈ। ਔਰ ਸਿੱਖੀ ਸਰੂਪ ਵਾਲੇ ਪਾਸਿਓ ਸਾਨੂੰ ਡੈਫੀਨੇਟਲੀ ਅੱਜ ਘਰਾਂ, ਥਾਵਾਂ, ਪਰਿਵਾਰਾਂ ਦੇ, ਸਾਡੇ ਸਮਾਜ ਵਿੱਚ ਖੋਰਾ ਲੱਗ ਰਿਹਾ। ਸਾਨੂੰ ਇਹ ਸਾਰੇ ਦੇ ਵਿੱਚੋਂ ਜਿਹੜੀ ਭਾਈ ਤਾਰੂ ਸਿੰਘ ਹਰਾਂ ਦੀ ਪਹਿਚਾਣ ਹੈ, ਤਾਰੂ ਸਿੰਘ ਜੀ ਦੀ ਜਿਹੜੀ ਇੱਕ ਉਹ ਇੱਕ ਪ੍ਰੇਰਨਾ, ਇੰਸਪੀਰੇਸ਼ਨ, ਇੱਕ ਉਹ ਸਾਡੇ ਦਿਲਾਂ 'ਚੋਂ ਕਦੀ ਜਾਣੀ ਨਹੀਂ ਚਾਹੀਦੀ। ਜੇ ਅਸੀਂ ਦੇਖਦੇ, ਅਸੀਂ ਜ਼ਰੂਰ ਡੈਫੀਨੇਟਲੀ ਵਸਾਰਿਆ ਉਹਨਾਂ ਨੂੰ, ਜੇ ਵਸਾਰਿਆ ਨਾ ਹੁੰਦਾ ਤਾਂ ਚੀਜ਼ ਨਹੀਂ ਸੀ ਹੋਣੀ ਉਸ ਤਰੀਕੇ ਨਾਲ। ਹੁਣ ਜੇ ਉਹਨਾਂ ਦੀ ਸ਼ਹਾਦਤ ਦੀ ਬਾਤ ਕਰਾਂ ਥੋੜ੍ਹੀ ਜਿਹੀ, ਕਿਉਂਕਿ ਸਿਗਨੀਫਿਕੇਸ਼ਨ ਦੀ ਗੱਲ ਤਾਂ ਹੋ ਗਈ ਹੈ, ਅਤੇ ਉਹਦੇ 'ਚ ਵੀ ਦੇਖੀਏ ਤਾਂ ਪਤਾ ਇਹ ਲੱਗਦਾ ਕਿ ਕੋਈ, ਜਿਵੇਂ ਅੱਜ ਕਿਹਾ ਜਾਂਦਾ ਕਿ ਪੀਪਲ ਹੂ ਕਲੇਮ ਦੇ ਆਰ ਮਾਰਟਰ are they dying for some sort of religious ideologies? Then modern world is saying no, they are not martyr, they might be fanatic। ਇਸ ਕਿਸਮ ਦੀ ਗੱਲ ਆਉਂਦੀ ਹੈ। ਪਰ ਜਦੋਂ ਅਸੀਂ ਇੱਥੇ ਦੇਖਦੇ ਹਾਂ, ਬੜਾ ਹੀ ਨੋਬਲ ਕਾਜ਼ ਹੈ ਇਹਦੇ ਵਿੱਚ, ਅਤੇ ਕਾਜ਼ ਐਡਾ ਵੱਡਾ ਹਿਊਮੈਨਿਟੇਰੀਅਨ ਗਰਾਊਂਡ 'ਤੇ ਹੈ ਕਿ ਇਸਲਾਮਿਕ ਸਟੇਟ ਆ ਸਾਰੇ ਦੀ ਸਾਰੀ, ਮੁਗਲਿਆ ਹੁਕਮਰਾਨ ਹੈ, ਅਤੇ ਇੱਕ ਗਰੀਬ ਮੁਸਲਮਾਨ ਮਾਛੀ ਦੀ ਬੱਚੀ ਨੂੰ ਨਵਾਬ ਚੁੱਕ ਕੇ ਲੈ ਜਾਂਦਾ ਧੱਕੇ ਨਾਲ। ਅਤੇ ਉਹ ਰਾਤ ਨੂੰ ਭਾਈ ਤਾਰੂ ਸਿੰਘ ਜਿਹਦੀ ਉਮਰ ਅਜੇ ਮਸਾਂ ਹੀ 20-21 ਵਰ੍ਹੇ ਹੈ, ਨੌਜਵਾਨ ਬੱਚਾ, ਮੁੱਛ-ਫੁੱਟ ਗੱਭਰੂ, ਉਹ ਜੰਗਲ 'ਚ ਸਿੱਖ ਜਿਹੜੇ ਜੰਗਲ ਬੇਲਿਆਂ 'ਚ ਰਹਿੰਦੇ ਸੀ ਉਹਨਾਂ ਦੀ ਸੇਵਾ ਕਰਕੇ ਵਾਪਸ ਪਰਤ ਰਿਹਾ। ਤੋ ਰਸਤੇ ਜਾਂਦਿਆਂ ਹੋਇਆਂ ਕਿਸੇ ਸ਼ਖਸ ਦੇ ਰੋਣ ਦੀ ਆਵਾਜ਼ ਸੁਣਦਾ। ਜਦੋਂ ਆਵਾਜ਼ ਸੁਣਦਾ ਤਾਂ ਨੇੜੇ ਜਾਂਦਾ ਅਤੇ ਉਹ ਉੱਚੀ ਉੱਚੀ ਜਿਹੜੀ ਆਵਾਜ਼ ਰੋ ਰਹੀ ਸੀ, ਪਹਿਲਾਂ ਹੌਲੀ ਉੱਚੀ ਹੁੰਦੀ ਹੈ ਅਤੇ ਉੱਚੀ ਹੋ ਕੇ ਕਹਿੰਦੀ ਹੈ ਵੀ ਖੁਦਾਇਆ, ਤੇਰੇ ਘਰ ਦੇ 'ਚ ਬਸ ਇਹੋ ਹੀ ਅਰਜ਼ੋਈ ਹੈ ਕਿ ਕਿਸੇ ਨੂੰ ਧੀ ਨਾ ਦਈ। ਹੁਣ ਇਹ ਬਾਤ ਹੋਈ ਅਤੇ ਭਾਈ ਤਾਰੂ ਸਿੰਘ ਪੁੱਛਦਾ, ਹੋਇਆ ਕੀ ਹੈ, ਖੁਦਾ 'ਤੇ ਨਾ ਇਤਰਾਜ਼ ਕਿਉਂ ਕਰ ਰਿਹਾ? ਪਤਾ ਲੱਗਾ ਪਿੰਡ ਦਾ ਗਰੀਬ ਮਾਛੀ ਜਿਹੜੇ ਪਾਣੀ ਭਰਦੇ ਨੇ, ਮਸ਼ਕਾਂ ਢੋਂਦੇ ਨੇ, ਉਹ ਹੈ, ਅਤੇ ਧੀ ਨੂੰ ਚੁੱਕ ਕੇ ਲੈ ਗਿਆ ਨਵਾਬ ਧੱਕੇ ਨਾਲ। ਅਤੇ ਫਿਰ ਉਹ ਗੱਲਾਂ ਬਾਤਾਂ 'ਚ ਹੀ ਕਰਦਾ, ਕਹਿੰਦਾ ਵੀ ਖੁਦਾਇਆ ਵੀ ਜਾਂ ਤਾਂ ਧੀ ਨਾ ਦੇਈਂ ਕਿਸੇ ਨੂੰ, ਜੇ ਧੀ ਦੇਂ ਤਾਂ ਉਹਦੀ ਰਾਖੀ ਵਾਸਤੇ ਘੱਟ ਤੋਂ ਘੱਟ ਕੋਈ ਪੁੱਤ ਵੀ ਜ਼ਰੂਰ ਦੇਈਂ। ਬੁੱਢੜਾ ਸਰੀਰ ਹੈ, ਮੈਂ ਲੜ ਨਹੀਂ ਸਕਦਾ ਨਵਾਬ ਨਾਲ, ਮਰਨ ਨੂੰ ਮੇਰਾ ਵੀ ਜੀਅ ਕਰਦਾ, ਪਰ ਜੇ ਕੋਈ ਮੇਰੇ ਕੋਲ ਜਵਾਨ ਪੁੱਤ ਹੁੰਦੇ ਤਾਂ ਮੈਂ ਨਾਲ ਲੈ ਕੇ ਨਵਾਬ ਦੇ ਗਲ ਵਿੱਚ ਜਾ ਕੇ ਅੰਗੂਠਾ ਦਿੰਦਾ, ਉਹਦੇ ਨਾਲ ਜਾ ਕੇ ਲੜਦਾ, ਸਿੱਝਦਾ। ਘੱਟ ਤੋਂ ਘੱਟ ਜੇ ਬੱਚੀ ਆਪਣੇ ਲਿਆ ਨਾ ਪਾਉਂਦਾ ਤਾਂ ਮਰ ਤੇ ਜਾਂਦਾ ਅਣਖ ਗੈਰਤ ਦੇ ਨਾਲ। ਅਤੇ ਫਿਰ ਉੱਥੇ ਭਾਈ ਤਾਰੂ ਸਿੰਘ ਕਹਿੰਦਾ ਵੀ ਕੋਈ ਗੱਲ ਨਹੀਂ, ਫਿਰ ਖੁਦਾ ਦੇ ਘਰ ਨਾ ਦੇਰ ਹੈ ਨਾ ਹਨੇਰ ਹੈ, ਚੇਤੇ ਰੱਖੀ।
ਤੈਨੂੰ ਖੁਦਾ ਨੇ ਪਲਿਆ ਪਲਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਦੇ ਦਿੱਤਾ। ਉਹ ਧੀ ਤੇਰੀ ਨਹੀਂ, ਉਹ ਸਾਡੀ ਭੈਣ ਹੈ, ਤੇ ਅਸੀਂ ਉਸ ਨੂੰ ਜਿਹੜਾ ਹੈਗਾ ਉਸ ਹਾਲਤ ਵਿੱਚ ਨਹੀਂ ਛੱਡਾਂਗੇ। ਉੱਥੋਂ ਹੀ ਭਾਈ ਤਾਰੂ ਸਿੰਘ ਫਿਰ ਉਹ ਰੋਂਦੇ ਨੂੰ ਨਾਲ ਸਿੱਖਾਂ ਕੋਲ ਲੈ ਆਇਆ, ਤੇ ਉਹਨਾਂ ਕਿਹਾ ਕਿ ਗੱਲ ਹੀ ਕੁਛ ਨਹੀਂ ਹੈ, ਜ਼ੁਲਮ ਕਿਉਂ ਹੋਏ, ਖਾਲਸੇ ਦਾ ਕੰਮ ਨਾ ਜ਼ੁਲਮ ਸਹਿਣਾ, ਨਾ ਜ਼ੁਲਮ ਹੋਣ ਦੇਣਾ। ਸੋ ਉਸ ਖੁੰਖਾਰ ਸ਼ੇਰ ਦੇ ਮੂੰਹ ਦੇ ਵਿੱਚੋਂ ਉਹ ਜਿਹੜਾ ਮਾਸ ਦਾ ਟੁਕੜਾ ਸੀਗਾ ਉਸ ਬੱਚੀ ਦੇ ਰੂਪ ਦੇ ਵਿੱਚ, ਉਸ ਨੂੰ ਉਹ 'ਚ ਛੁਡਾ ਕੇ ਲਿਆ। ਉਹਦੇ 'ਚ ਉਸਨੇ ਰੋਲ ਪਲੇ ਕੀਤਾ ਸੀਗਾ। ਉਹਦੇ ਇਵਜ਼ਾਨੇ ਦੇ ਵਿੱਚ ਉਹਦੇ ਉੱਤੇ ਫਿਰ ਇਹ ਕਿਹਾ ਗਿਆ ਸੀਗਾ ਕਿ ਇਸ ਨੂੰ ਅਰੈਸਟ ਕਰਕੇ ਲਿਆਓ। ਅਰੈਸਟ ਕਰਨ ਵਾਸਤੇ ਵੀ ਪੂਲੇ ਪਿੰਡ ਪਹੁੰਚਦੇ ਆ, ਪੂਰੀ ਮੁਗਲ ਹੁਕਮਰਾਨ ਦੀ ਟੁਕੜੀ, ਤੇ ਪੂਰਾ ਪਿੰਡ ਉਹਦੇ ਬਚਾਅ ਵਿੱਚ ਆ ਜਾਂਦਾ। ਉਹ ਕਹਿੰਦਾ ਨੋ ਵੇ, ਇਸ ਬੱਚੇ ਨੂੰ, ਨੌਜਵਾਨ ਬੱਚੇ ਨੂੰ ਕਿਉਂ ਅਰੈਸਟ ਕੀਤਾ ਜਾ ਰਿਹਾ। ਉੱਥੇ ਬਕਾਇਦਾ ਤੌਰ 'ਤੇ ਜਿਹੜਾ ਦਰੋਗਾ ਆ ਉਹ ਇਹ ਗਵਾਹੀ ਭਰਦਾ। ਐਂਡ ਆਮ ਨੋਟ ਸੇਇੰਗ ਸਮ ਸੋਰਟ ਆਫ ਫਿਲਮੀ ਸਟੋਰੀ ਓਵਰ ਹੇਅਰ। ਇਹ ਅਫਸਾਨਾ ਨਹੀਂ, ਕੋਈ ਅਫਸਾਨੇਕਾਰੀ ਨਹੀਂ ਹੈ, ਇਹ ਬਿਲਕੁਲ ਹਿਸਟੋਰੀਕਲੀ ਲਿਖਿਆ ਗਿਆ ਸਾਰਾ ਦਸਤਾਵੇਜ਼ ਜੋ ਇਤਿਹਾਸ ਦੀਆਂ ਤਵਾਰੀਖ ਦੀ ਇਬਾਰਤ ਵਿੱਚ ਪਿਆ ਹੈ ਉਸ ਰੂਪ ਦੇ ਵਿੱਚ। ਉਹ ਕਹਿੰਦਾ ਕਿ ਪੰਚਾਇਤੀ ਤੌਰ 'ਤੇ ਕਹਿੰਦਾ ਮੈਂ ਇਸ ਬੱਚੇ ਨੂੰ ਲਿਜਾਣਾ, ਕੁਛ ਵੀ ਨਹੀਂ, ਸੂਬੇਦਾਰ ਨੇ ਦੇਖਣਾ ਹੀ ਇਹਨੂੰ, ਬਸ ਹੋਰ ਕੁਛ ਨਹੀਂ ਹੈ, ਮੈਂ ਗਵਾਹੀ ਭਰਦਾ ਇਸ ਗੱਲ ਦੀ। ਉਹ ਜਾ ਕੇ ਸੂਬੇਦਾਰ ਨੂੰ ਬਿਆਨ ਕਰਦਾ ਵੀ ਇਹ ਹੱਦ ਹੋ ਗਈ, ਅਸੀਂ ਮੁਗਲਿਆ ਹੁਕਮਰਾਨ ਇੱਥੇ ਹਕੂਮਤ ਕਰ ਰਹੇ ਨੇ, ਤੇ ਲੋਕ ਸਾਡੀ ਰਿਆਇਆ ਜਿਹੜੀ ਹੈ, ਮਤਲਬ ਮੋਮਨ ਲੋਕ, ਉਹ ਇਹਨਾਂ ਦੇ ਸਰੂਪ ਨੂੰ ਤੇ ਇਹਨਾਂ ਨੂੰ ਪਿਆਰ ਕਰਦੇ ਨੇ, ਇਹਨਾਂ ਦੀ ਅਗਵਾਈ ਭਰਦੇ ਨੇ, ਸਾਧੀ ਭਰਦੇ ਨੇ। ਮੈਨੂੰ ਪਤਾ ਮੈਂ ਪੰਚਾਇਤ 'ਚੋਂ ਕਿਵੇਂ ਲੈ ਕੇ ਆਇਆ ਉਸ ਨੂੰ। ਉਹ ਸਰੂਪ ਤੋਂ ਹੀ ਨਫ਼ਰਤ 'ਚ ਆ ਜਾਂਦਾ। ਉਹ ਕਹਿੰਦਾ ਵੀ ਹੱਦ ਹੋ ਗਈ, ਇਸ ਤੇ ਵਜੂਦ ਨੂੰ ਮਿਟਾਉਣਾ ਚਾਹੁੰਦੇ ਹਾਂ ਅਸੀਂ। ਤੇ ਫਿਰ ਉਹ ਅਖੀਰ ਫਿਰ ਪਰਖ ਕਰਦਾ। ਉਹ ਕਹਿੰਦਾ ਵੀ ਅੱਛਾ ਤਿਆਰ ਹੋ ਜਾ, ਹੁਣ ਵਿਆਹ ਤੇ ਆ ਜਿਹੜੀ ਤੇਰੀ ਆਈਡੈਂਟਿਟੀ ਹੈ ਛੱਡ ਦੇ, ਆਪ ਸਰੂਪ ਛੱਡ ਦੇ, ਤੇਰੇ ਕੇਸ ਕਤਲ ਕਰ ਦਿਆਂਗੇ, ਤੈਨੂੰ ਜਿਹੜਾ ਹੈ ਲਬਾਂ ਕੱਟ ਕੇ ਤੈਨੂੰ ਭੇਜਾਂਗੇ ਵਾਪਸ ਪਿੰਡ ਤੇਰੇ, ਤੇ ਜਾਂ ਫਿਰ ਤੇਰਾ ਖੋਪਰ ਲਾ ਦਿਆਂਗੇ। ਤੇ ਫਿਰ ਉਹ ਭਾਈ ਸਾਹਿਬ ਉੱਥੇ ਕਹਿੰਦੇ ਵੀ ਕੋਈ ਗੱਲ ਨਹੀਂ, ਗੱਲ ਇਹ ਹੈ ਸਰੂਪ ਮੇਰਾ ਨਹੀਂ ਗਾ, ਗੁਰੂ ਦਾ ਹੈ, ਹਾਂ ਜਾਨ ਮੇਰੀ ਹੈ, ਤੂੰ ਲੈ ਸਕਣਾ, ਜਿਵੇਂ ਤੂੰ ਲੈਣੀ ਹੋ ਤੇਰੀ ਮਰਜ਼ੀ ਹੈ। ਪਰ ਉਹ ਰੰਬੀ ਦਾ ਜਿਹੜਾ ਹੈਗਾ ਉਹ ਦੇ ਕੇ ਤੇਜ਼ ਤਾਰ ਤੇ ਜਿਉਂਦੇ ਦੇ ਕੇਸ ਇਸ ਤਰੀਕੇ ਨਾਲ ਫੜ ਗਿਆ। ਕਿਰਪਾਲ ਸਿੰਘ ਚੰਡੀਗੜ੍ਹ ਉਹਨੇ ਪਿਕਚਰ ਵੀ ਬਣਾਈ, ਉਹਦੇ 'ਤੇ ਉਹ ਪੋਰਟਰੇਟ ਵੀ ਬਣਾਇਆ ਪੂਰਾ ਦਾ ਪੂਰਾ। ਫਿਰ ਉਹ ਖੋਪਰ ਲਾ ਦਿੰਦਾ ਇਸ ਰੂਪ ਦੇ ਵਿੱਚ। ਖੋਪਰ ਲੈਣ ਦੇ ਬਾਵਜੂਦ ਵੀ ਉਹ ਨੌਜਵਾਨ ਬੱਚਾ ਜਿਹਦਾ ਜੁੱਸਾ ਬਿਲਕੁਲ ਸਾਰਾ ਸੁਦੇ ਮਸਲਸ ਨੇ, ਕੁਛ ਵੀ ਨਹੀਂ, ਸਵੇਰ ਤੋਂ ਸ਼ਾਮ ਤੱਕ ਮੁਸ਼ੱਕਤੀ ਕਰਸਾਨੀ ਕਰਨ ਵਾਲਾ ਜੀ ਹੈਗਾ, ਕੋਈ ਜਾਣ ਥੋੜ੍ਹੀ ਉਹਦੇ 'ਚ, ਜਵਾਨ ਉਮਰ ਹੈ ਉਹਦੀ। ਫਿਰ ਉਹ 21 ਦਿਨ ਉਹ ਖੋਪਰ ਆਪਣੇ ਹੱਥਾਂ 'ਚ ਰੱਖ ਕੇ ਜਿਹੜਾ ਹੈਗਾ ਲਾਹੌਰ ਉਸ ਨਖਾਸ ਚੌਂਕ ਦੇ 'ਚ ਰਹਿੰਦਾ ਹੈ। ਮੁੜ ਕੇ 21 ਦਿਨਾਂ ਬਾਅਦ ਫਿਰ ਉਹਦੀ ਜਿਹੜੀ ਹੈਗੀ ਸ਼ਹਾਦਤ ਹੁੰਦੀ ਹੈ। ਇਹ ਹੈ ਭਾਈ ਤਾਰੂ ਸਿੰਘ। ਮੈਂ ਸੋਚਦਾ ਹਾਂ ਜੇ ਅਸੀਂ ਅਵੇਅਰ ਹੋਈਏ ਇਹੋ ਜਿਹੀ ਹਿਸਟਰੀ ਬਾਰੇ, ਤੇ ਡੈਫੀਨੇਟਲੀ ਜਿਹੜੀਆਂ ਸਾਡੀਆਂ ਤਕਲੀਫਾਂ ਨੇ, ਸਾਡੀ ਜਿਹੜੀ ਮਤਲਬ ਪੇਨ ਆ, ਅੱਜ ਤੇ ਸਾਨੂੰ ਹੋਰ ਕੁਛ ਵੀ ਪੇਨ ਨਹੀਂ ਗੀ। ਸਾਨੂੰ ਤੇ ਸੋ ਕਾਲਡ ਫੈਸ਼ਨ ਇੰਡਸਟਰੀ ਤੇ ਸੋ ਕਾਲਡ ਮੀਡੀਆ ਤੇ ਸੋ ਕਾਲਡ ਇਹ ਸਭ ਗਾਉਣ ਵਜਾਉਣ ਦਾ ਸਿਸਟਮ ਇਹ ਚਲਾ ਰਿਹਾ ਹੈਗਾ। ਤੇ ਇਹ ਕੋਈ ਸਾਡੀ ਕੋਈ ਬਹੁਤ ਮਤਲਬ ਕਹਿ ਲਓ ਕਿ ਕੋਈ ਅਪਲਿਫਟਿੰਗ ਨਹੀਂ ਹੋ ਰਹੀ ਇਹਦੇ ਨਾਲ, ਨਾ ਹੀ ਕੋਈ ਸਾਡੀ ਕੋਈ ਲੌਂਗ ਫਲਾਈਟ ਅਸੀਂ ਲੈ ਰਹੇ ਹਾਂ ਸਾਰੇ ਦੇ ਨਾਲ। ਇਹ ਤਾਂ ਜਸਟ ਇੱਕ ਬੰਦੇ ਦੇ ਅੰਦਰ ਲੈਕ ਆਫ ਨੌਲੇਜ ਜਾਂ ਲੈਕ ਆਫ ਸੈਲਫ ਕੌਨਫੀਡੈਂਸ ਹੈਗਾ, ਲੈਕ ਆਫ ਮਤਲਬ ਇਨਰ ਐਬਿਲਿਟੀ ਦੇ ਉੱਤੇ ਉਸ ਲੈਵਲ ਦਾ ਭਰੋਸਾ ਹੋਣਾ ਆ, ਉਸ ਚੀਜ਼ਾਂ ਕਰਕੇ ਬੰਦਾ ਇਸ ਰੂਪ ਦੇ ਵਿੱਚ ਹੈ। ਇੱਥੇ ਜੋ ਗੁਰੂ ਮਹਾਰਾਜ ਦੇ ਆਗੋਸ਼ ਅਸੀਂ ਬੈਠੇ ਹਾਂ, ਬਾਣੀ ਪੜ੍ਹ ਰਹੇ ਹਾਂ, ਖੈਰ ਜਿਹੜੀ ਬਾਣੀ ਦੀ ਬਾਤ ਹੋ ਰਹੀ, ਮੈਂ ਵਾਪਸ ਉੱਤੇ ਆਵਾਂ। ਮਹਾਰਾਜ ਬਿਆਨ ਕਰਦੇ ਜਦੋਂ ਕਰਤਾਰੀ ਨਵਾਜ਼ਿਸ਼ ਦੇ ਨਾਲ ਧਰਤੀ ਨਵਾਜੀ ਜਾਂਦੀ ਹੈ, ਮੀਂਹ ਵਰਦਾ ਆ, ਤੇ ਉਸ ਵਰਦੇ ਮੀਂਹ ਦੇ ਵਿੱਚ ਸਭ ਨੂੰ ਉਹ ਪਾਣੀ ਜਿਹੜਾ ਹੈ ਵਰਦਾ ਹੋਇਆ ਉਹ ਉਹਨੂੰ ਕਲਿਆਣ ਕਰਦਾ, ਉਹ ਭਲਾ ਕਰਦਾ ਆ। ਗੁਰਬਾਣੀ ਉਸ ਮਾਰੂਥਲ ਦੇ ਵਿੱਚ ਵਰਦੀ ਹੈ, ਭਾਵੇਂ ਕਿ ਪੰਜਾਬ ਬੜੀ ਫਰਟਾਈਲ ਸੋਇਲ ਸੀਗੀ, ਪਰ ਮਾਰੂਥਲ ਸੀਗਾ ਕਿਉਂਕਿ ਉੱਥੇ ਨਾ ਤੇ ਲੋਕਾਂ ਦੇ ਮਾਨਵਤਾ ਦੀ ਪਰਖ ਸੀ, ਨਾ ਮਾਨਵੀ ਕੁਝ ਉੱਥੇ ਜੀਣ ਦਾ ਢੰਗ ਤਰੀਕਾ ਸਲੀਕਾ ਸੀਗਾ। ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ, ਮਨੁੱਖ ਜੇ ਉਹਦੇ ਕੋਲ ਆਪਣੇ ਆਪੇ ਦੀ ਇੱਜ਼ਤ, ਆਪਣੇ ਆਪੇ ਦੀ ਪੱਤ, ਆਪਣੀ ਅਣਖ ਗੈਰਤ, ਇਹਦਾ ਰੰਗ ਨਹੀਂਗਾ, ਤੇ ਮਨੁੱਖ ਗੁਲਾਮ ਬਣ ਕੇ ਰਹੇਗਾ, ਤੇ ਉਹਦੀ ਅਲਟੀਮੇਟਲੀ ਜਿਹੜੀ ਹੋਂਦ ਉਹ ਖਤਮ ਹੋ ਜਾਏਗੀ। ਇਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਫਿਰ ਸਭ ਹਰਾਮ ਹੋ ਜਾਏਗਾ। ਇਸ ਨੂੰ ਹਲਾਲ ਕਰਨ ਦਾ ਮਾਇਨਾ ਇਹੀ ਹੈ, ਭਾਵੇਂ ਇਸ ਨੂੰ ਉਸ ਲੈਵਲ ਤੇ ਜੀਵਨ ਨੂੰ ਮਾਨਣ ਦਾ ਲਹਿਜ਼ਾ ਇਹੀ ਹੈ। ਬੰਦਾ ਕਰਤਾਰੀ ਅਕਾਲ ਪੁਰਖ ਵਾਹਿਗੁਰੂ ਦੇ ਉਸ ਹੁਕਮ ਦੀ ਪ੍ਰਤੀਪਾਲਨਾ ਵਾਲੇ ਪਾਸੇ ਆਪਣੇ ਆਪ ਨੂੰ ਲਗਾਏ। ਕਹਿੰਦੇ ਨੇ
ਸ਼ਹਾਦਤ ਨੂੰ ਸਲਾਮ ਹੈ, ਪਰ ਸ਼ਹਾਦਤ ਕਿਸੇ ਇਬਾਦਤ ਵਿੱਚੋਂ ਨਿਕਲਦੀ ਹੈ। ਤੇ ਇਬਾਦਤ ਜਿਹੜੀ ਹੈ ਇਹ ਸਹੀ ਰੂਪ ਵਿੱਚ ਰੱਬੀ ਬੰਦਗੀ, ਰੱਬੀ ਗੁਣਾਂ ਦਾ ਤਸੱਵੁਰ ਲੈਣਾ ਆ। ਜਿਹੜਾ ਪਦਾ ਆ ਗੁਰੂ ਅਰਜਨ ਸਾਹਿਬ ਜਿਹੜਾ ਬਿਆਨ ਕਰ ਰਹੇ ਇਹਦੇ ਵਿੱਚ, ਸਾਵਨ ਸਰਸੀ ਕਾਮਣੀ, ਜੋ ਇਹ ਜੀਵਨ ਰੂਪੀ ਰੁੱਤ ਸਾਨੂੰ ਮਿਲੀ ਹੈ, ਇਹ ਅਸਾੜ ਵੀ ਹੋ ਸਕਦੀ ਹੈ, ਇਹ ਸੜਦਾ ਹੋਇਆ ਜੇਠ ਵੀ ਹੋ ਸਕਦੀ ਹੈ, ਬਿਲਕੁਲ ਤਪਦਾ ਹੋਇਆ, ਇਹ ਸਾਵਣ ਵੀ ਹੋ ਸਕਦੀ ਹੈ, ਪਰ ਹੋਏਗੀ ਉਦੋਂ ਸਰਸੀ ਕਾਮਣੀ, ਚਰਨ ਕਮਲ ਸੋ ਪਿਆਰ, ਜਿਹਦੀ ਪ੍ਰੀਤ ਅਕਾਲ ਪੁਰਖ ਵਾਹਿਗੁਰੂ ਦੇ ਸੋਹਣੇ ਕੌਲ ਰੂਪੀ ਚਰਨਾਂ ਨਾਲ ਹੋ ਗਏ। ਹੁਣ ਇਹ ਹੈ ਤੁਹਾਡੀ ਜੀਵਨ ਦੀ ਜਿਹੜੀ ਐਸੋਸੀਏਸ਼ਨ ਆ, ਤੁਹਾਡੀ ਸੋਚ ਦੀ, ਤੁਹਾਡੇ ਥਾਟ ਸਿਸਟਮ ਦੀ, ਤੁਹਾਡੇ ਜੀਵਨ ਜੀਣ ਦੇ ਵੇ ਆਫ ਲਾਈਫ ਨੂੰ ਸ਼ੇਪ ਦੇਣ ਵਾਲਾ ਜਿਹੜਾ ਤੁਹਾਡਾ ਮਾਈਂਡ ਸੈਟ ਆ, ਕਿਸ ਪਾਸੇ ਐਸੋਸੀਏਟ ਹੈਗਾ। ਜਿਹਦੀ ਐਸੋਸੀਏਸ਼ਨ ਹੀ ਐਸੀ ਜਗ੍ਹਾ 'ਤੇ ਹੈ ਜਿੱਥੇ ਬੰਦੇ ਦੇ ਵਿੱਚ ਲਗਾਤਾਰ ਨਿੱਘਰਤਾਪਨ ਆ ਰਿਹਾ, ਕਮਜ਼ੋਰੀ ਆ ਰਹੀ ਹੈ, ਵੀਕਨੈਸਿਸ ਆ ਰਹੀਆਂ ਨੇ, ਬੰਦੇ 'ਚ ਡਰ ਆ ਰਿਹਾ, ਸਹਿਮ ਆ ਰਿਹਾ, ਕਨਫਿਊਜ਼ਨ ਆ ਰਹੀ ਹੈ, ਬੰਦਾ ਕਿਵੇਂ ਚੜ੍ਹਦੀ ਕਲਾ 'ਚ ਜਾਏਗਾ। ਜਿੱਥੇ ਬਿਲਕੁਲ ਕਲੀਅਰ ਕੱਟ ਮੈਸੇਜ ਆ ਕਿ ਹੂ ਐਮ ਆਈ, ਮੈਂ ਕੌਣ ਹਾਂ, ਮੈਂ ਗੁਰੂ ਕਾ ਪੋਤਾ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬੱਚਾ, ਮੈਂ ਗੁਰੂ ਨਾਨਕ ਸਾਹਿਬ ਦੀ ਉਮਤ ਹਾਂ, ਮੈਂ ਭਗਤ ਕਬੀਰ ਤੇ ਰਵਿਦਾਸ ਜੀ ਨੂੰ ਮੰਨਣ ਵਾਲਾ ਹਾਂ, ਮੇਰੇ ਜੀਵਨ ਦੇ ਵਿੱਚ ਪੰਜਾਂ ਪਿਆਰਿਆਂ ਦੀ ਅਸਲ 'ਚ ਰੁਮਕਤਾ ਹੈ, ਮੇਰੇ ਜੀਵਨ ਨੂੰ ਆਭਾ ਮਾਤਾ ਗੁਜਰੀ ਨੇ ਦਿੱਤੀ ਹੈਗੀ ਹੈ। ਕਿਵੇਂ ਘਬਰਾਹਟ ਆਏਗੀ। ਮੈਂ ਮੈਂਟਲ ਹੈਲਥ 'ਚ ਕੰਮ ਕਰ ਰਿਹਾ ਲੰਬੇ ਸਮੇਂ ਤੋਂ। ਸਿੱਖ ਪਰਿਵਾਰਾਂ 'ਚ ਅਕਸਰ ਕਾਉਂਸਲਿੰਗ ਹੁੰਦੀ, ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ, ਕੋਈ ਉਹ ਗਮ ਸਤਾ ਰਿਹਾ, ਕੋਈ ਦੁੱਖ ਸਤਾ ਰਿਹਾ, ਕੋਈ ਛੋਟੀ ਮੋਟੀ ਚੀਜ਼ ਸਿਖਾਉਂਦੀ ਹੈ, ਅਤੇ ਮੈਂ ਬਿਲਕੁਲ ਤੁਹਾਨੂੰ ਸਿੰਪਲ ਲੈਵਲ 'ਤੇ ਕਲਾਸੀਕਲ ਐਗਜ਼ਾਮਪਲ ਆਪਣੀ ਹਿਸਟਰੀ 'ਚੋਂ ਲਿਆ ਕੇ ਦੇ ਦੇਵਾਂ। ਅਤੇ ਹਾਲਾਂਕਿ ਸਾਡੇ ਕੋਲ ਸੋਲਿਊਸ਼ਨ ਫੋਕਸਡ ਵਾਸਤੇ ਹੋਰ ਚੀਜ਼ਾਂ ਵਾਸਤੇ ਬੜੀਆਂ ਐਗਜ਼ਾਮਪਲਾਂ ਦਿੰਦੇ ਨੇ, ਪਰ ਮੈਂ ਸੋਚਦਾ ਦੇ ਆਰ ਨਥਿੰਗ ਕੰਪੇਅਰ ਟੂ ਆਵਰ ਓਨ ਹੈਰੀਟੇਜ। ਮੇਰੇ ਸਾਹਮਣੇ ਇੱਕ ਮਾਂ ਬੈਠੀ ਆ, ਉਹ ਕਹਿੰਦੀ ਹੈ ਕਿ ਮੈਂ ਬੜੀ ਤੰਗ ਆ, ਮੈਂ ਬੜੀ ਪਰੇਸ਼ਾਨ ਆ, ਤੁਹਾਨੂੰ ਨਹੀਂ ਪਤਾ, ਬੱਚੇ ਮੇਰੇ ਆਖੇ ਨਹੀਂ ਲੱਗਦੇ, ਬੰਦਾ ਮੇਰੇ ਆਖੇ ਨਹੀਂ ਲੱਗਦਾ, ਬੁਰੀ ਹਾਲਤ ਹੈ, ਆਹ ਚੀਜ਼ਾਂ ਨੇ। ਮੈਂ ਸਾਰੀ ਗੱਲਬਾਤ ਉਹਦੀ ਸੁਣ ਕੇ ਮੈਂ ਕਹਿੰਦਾ ਠੀਕ ਹੈ, ਇੱਕ ਪਲ ਲਈ ਮੈਂ ਤੁਹਾਨੂੰ ਛੋਟੇ ਜਿਹੇ ਬਿਆਨ ਕਰਾਂਗਾ। ਮਾਤਾ ਗੁਜਰੀ ਠੰਡੇ ਬੁਰਜ 'ਚ ਬੈਠੀ ਹੈ, ਦੋ ਬਹੁਤ ਮਾਸੂਮ ਜਿੰਦਾਂ ਨੂੰ ਆਪਣੇ ਆਗੋਸ਼ 'ਚ ਲੈ ਕੇ। ਉਸ ਰਾਤ ਨੂੰ ਯਾਦ ਕਰ, ਤੇਰਾ ਦੁੱਖ ਉਹਦੇ ਦੁੱਖ ਦੇ ਕਿੰਨਾ ਕੁ ਨੇੜੇ ਹੈ, ਮੈਨੂੰ ਦੱਸ। ਕੰਪੈਰੇਟਿਵਲੀ ਇੱਕ ਪੈਰ ਦੇ ਲੱਗੇ ਰੇਸ਼ੇ ਤੋਂ ਵੀ ਛੋਟਾ ਹੋਏਗਾ, ਤੇ ਆਪਾਂ ਬੱਚੇ ਆ ਉਹਨਾਂ ਦੇ, ਘਬਰਾਹਟ ਕਾਹਦੀ ਹੈ। ਉਹਨਾਂ ਵੀ ਤਾਂ ਉਸ ਰਾਤ ਬੜੇ ਆਰਾਮ ਨਾਲ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਸੌ ਕੇ ਗੁਜ਼ਾਰੀ ਸੀਗੇ। ਹੋ ਰਾਜਾ ਮਾਛੀਵਾੜੇ ਦਾ ਜੰਗਲ ਹੈ, ਬਿਲਕੁਲ ਖੁੱਬ ਹਨੇਰਾ, ਬਿਲਕੁਲ ਜਿਹੜੀ ਹੈ ਚਾਰ ਛਪੇਰੇ, ਉਹ ਬਿਰਹਣੀ ਰਾਤ, ਕਾਲੀ ਬੋਲੀ ਰਾਤ ਫੈਲੀ ਹੋਈ ਹੈ। ਤੇ ਉੱਥੇ ਨੀਲੇ ਦਾ ਸ਼ਾਹ ਸਵਾਰ, ਜਿਹਦੇ ਮਤਲਬ ਹਰ ਵਕਤ ਮੱਥੇ ਤੇ ਕਲਗੀ ਸੋਭਦੀ ਸੀਗੀ, ਜਿਹਦੇ ਸਿਰ ਦੇ ਉੱਤੇ ਪ੍ਰਸਾਦੀ ਹਾਥੀ ਚੌਰ ਚਲਾਉਂਦੇ ਹੁੰਦੇ ਸੀਗੇ, ਜਿਹਦੇ ਇੱਕ ਇਸ਼ਾਰੇ ਤੇ ਮਰਜੀਵੜੇ ਜਾਨਾਂ ਵਾਰਦੇ ਸੀਗੇ, ਉਹ ਸ਼ਖਸੀਅਤ ਲੀਰ ਚੋਲਾ ਹੈ ਉਹਦਾ, ਉਹਦੇ ਪੈਰਾਂ ਦੇ 'ਚ ਜੋੜਾ ਵੀ ਨਹੀਂ ਹੈਗਾ, ਮਤਲਬ ਘੋੜੇ ਦੀ ਸਵਾਰੀ ਤੇ ਕੀ ਹੋਏਗੀ। ਤੇ ਉਸ ਮਾਛੀਵਾੜੇ ਦੇ ਜੰਗਲ 'ਚ ਇਕੱਲਾ ਹੀ ਉਹ ਟਿੰਡ ਦਾ ਸਹਾਰਾ ਲੈ ਕੇ, ਉਹਦੇ ਉੱਤੇ ਕੰਨ ਰੱਖ ਕੇ, ਤੇ ਬਿਲਕੁਲ ਬੇਪਰਵਾਹੀ ਦੀ ਨੀਂਦ ਸੁੱਤਾ ਆ। ਉਹਦੇ ਬੱਚੇ ਹਾਂ ਅਸੀਂ। ਵਾਟ ਡੂ ਯੂ ਥਿੰਕ? ਸੋ ਇਹ ਹੈ ਤੁਹਾਡੀ ਐਸੋਸੀਏਸ਼ਨ ਕਿਸ ਥਾਟ ਦੇ ਨਾਲ ਹੈ। ਵਟ ਦ ਸੋਰਸ ਯੂ ਆਰ ਗੈਟਿੰਗ ਐਜ਼ ਇੰਸਪੀਰੇਸ਼ਨ। ਇਹ ਸੋਰਸ ਜੇ ਇਹੋ ਜਿਹਾ, ਸਾਵਨ ਸਰਸੀ ਕਾਮਣੀ, ਜੀਵਨ ਸਰਸ ਜਾਏਗਾ, ਚਰਨ ਕਮਲ ਸੋ ਪਿਆਰ, ਇਹੀ ਹੈ ਪ੍ਰੀਤ ਕਿਤੇ ਨਾ ਪਾਉਣੀ ਹੈ। ਕੌਲ ਦਾ ਫੁੱਲ ਬਹੁਤ ਕਮਾਲ ਦੀ ਐਗਜ਼ਾਮਪਲ ਹੈ ਇੱਥੇ। ਚਰਨ ਕਮਲ ਕੌਲ, ਲੋਟਸ ਫਲਾਵਰ ਜਿਹੜਾ ਹੁੰਦਾ ਆ। ਦੇਖੋ ਖੁਰਾਕ ਗਾਰੇ ਵਿੱਚੋਂ ਲੈਂਦਾ, ਗਾਬ ਵਿੱਚੋਂ, ਰਹਿੰਦਾ ਪਾਣੀ 'ਚ ਹੈ, ਪਰ ਦੋਸਤੀ ਨਾ ਗਾਬ ਨਾਲ ਹੈ ਨਾ ਪਾਣੀ ਨਾਲ ਹੈ। ਦੋਸਤੀ ਪਤਾ ਕਿਹਦੇ ਨਾਲ ਹੈ? ਅਸਮਾਨ ਤੇ ਚੜ੍ਹਨ ਵਾਲੇ ਸੂਰਜ ਨਾਲ। ਉਹ ਚੜ੍ਹਦਾ ਉਹ ਖਿੜ ਜਾਂਦਾ, ਉਹ ਡੁੱਬਦਾ ਮੁਰਝਾ ਜਾਂਦਾ। ਬਸ ਇਹੋ ਹੀ ਹੈ ਸੰਸਾਰ, ਇਹੀ ਹੈ ਸੰਸਾਰ। ਨਹੀਂ ਬਦਲਣਾ ਹੈ। ਦੁੱਖ ਵੀ ਰਹਿਣਗੇ, ਤਕਲੀਫਾਂ ਵੀ ਰਹਿਣਗੀਆਂ, ਵੇਦਨ ਵੀ, ਪੀੜਾ ਵੀ, ਹਰ ਚੀਜ਼ ਰਹੇਗੀ ਇੱਥੇ। ਪਰ ਤੁਹਾਡੀ ਐਸੋਸੀਏਸ਼ਨ ਕਿਹਦੇ ਨਾਲ ਹੈ? ਜੇ ਗੁਰੂ ਨਾਲ ਹੈ, ਜੇ ਰੱਬ ਨਾਲ ਹੈ, ਕਰਤਾਰ ਨਾਲ ਹੈ, ਫਿਰ ਚੇਤੇ ਰੱਖਿਆ ਜੇ ਜੀਵਨ ਹਮੇਸ਼ਾ ਬਾਗੇ ਫਿਰਦੌਸ ਹੈ, ਇਹ ਹਮੇਸ਼ਾ ਬਹਾਰ ਹੈ। ਮਹਾਰਾਜ ਨੇ ਉਹਦੀ ਬਾਤ ਕੀਤੀ, ਚਰਨ ਕਮਲ ਸਿਓ ਪਿਆਰ। ਜੇ ਇਹ ਬਾਤ ਆ ਜਾਏ, ਜੇ ਬੰਦੇ ਦੀ ਜ਼ਹਿਨ ਦੇ ਵਿੱਚ ਇਸ ਕਿਸਮ ਦੀ ਚੀਜ਼ ਆਏ,
ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਮਨ ਕਰਕੇ ਤਨ ਕਰਕੇ ਸੱਚ ਦੇ ਰੰਗ ਦੀ ਆਭਾ ਆ ਗਈ, ਇੱਕੋ ਨਾਮ ਆਧਾਰਿਤ। ਪਰ ਹੋਏਗਾ ਉਹ ਜਦੋਂ ਇੱਕ ਨਾਮ ਆਧਾਰ ਹੈ ਤੁਹਾਡਾ। ਆਧਾਰ ਹੁੰਦਾ ਬੇਸ। ਬੇਸ ਮਤਲਬ ਤੁਸੀਂ ਦੇਖਿਆ ਹੋਣਾ ਲੋਕੀ ਕਈ ਵਾਰ ਇਮਾਰਤਾਂ ਉੱਪਰੋਂ ਬਦਲ ਦਿੰਦੇ, ਰੈਨੋਵੇਟ ਕਰ ਦਿੰਦੇ, ਬਹੁਤ ਕੁਝ ਕਰ ਦਿੰਦੇ, ਪਰ ਬੇਸ ਜਿਹੜਾ ਆ ਨਾ, ਬੇਸ ਨਹੀਂ ਬਦਲਦਾ। ਜੇ ਆਪਾਂ ਹੋਰ ਲੈਵਲ 'ਤੇ ਆ ਜਾਈਏ, ਧਰਤੀ ਦੇ ਉੱਤੇ ਬਹੁਤ ਸਾਰੀਆਂ ਸਿਵਲਾਈਜੇਸ਼ਨ ਵਸੀਆਂ, ਟੁੱਟ ਗਈਆਂ, ਦੁਬਾਰਾ ਵਸੀਆਂ, ਦੁਬਾਰਾ ਫਿਰ ਟੁੱਟ ਗਈਆਂ, ਫਿਰ ਵਸਦੀਆਂ ਰਹਿਣਗੀਆਂ, ਟੁੱਟਦੀਆਂ ਰਹਿਣਗੀਆਂ, ਪਰ ਬੇਸ ਕੀ ਹੈ? ਬੇਸ ਤੇ ਆ ਗਲੋਬ ਹੀ ਹੈ ਨਾ, ਮਿੱਟੀ ਹੈ। ਇਹ ਧਰਤੀ ਐਕਚੁਅਲੀ ਬਣੀ ਤਾਂ ਉਹਦਾ ਹੀ ਹੈ, ਭਾਵੇਂ ਕਦੇ ਡਾਇਨਾਸੌਰ ਬਣੇ ਸੀਗੇ, ਭਾਵੇਂ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜਿਹਨੂੰ ਸਟੋਨ ਏਜ ਦੇ ਹਿਊਮਨਸ ਕਹਿ ਲਓ, ਜਾਂ ਅੱਜ ਪੋਸਟ ਮਾਡਰਨ ਪੀਰੀਅਡ ਦੇ ਹਿਊਮੈਨਿਟੀ ਕਹਿ ਲਓ, ਤੁਸੀਂ ਕਿਸੇ ਲੈਵਲ ਦੀ ਕਹਿ ਲਓ, ਪਰ ਬੇਸ ਤੇ ਉਹੀ ਹੈ ਨਾ, ਆਧਾਰ ਤੇ ਉਹੀ ਹੈ। ਆਧਾਰ ਤੇ ਨਹੀਂ ਬਦਲਿਆ। ਸਾਡੇ ਅਸੀਂ ਹੋ ਸਕਦਾ ਕੈਨੇਡਾ ਬੈਠੇ ਹੋਈਏ, ਅਸੀਂ ਹੋ ਸਕਦਾ ਕੈਰੀਅਰ ਸਾਡੇ ਡਿਫਰੈਂਟ ਹੋ ਜਾਣ, ਹੋ ਸਕਦਾ ਸਾਡਾ ਈਵਨ ਬੋਲ ਬਾਣੀ ਦਾ ਲਹਿਜਾ, ਕੁਛ ਚੀਜ਼ ਵੀ ਬਦਲ ਜਾਏ, ਪਰ ਆਧਾਰ ਬੇਸ ਤੇ ਜੀਵਨ ਦਾ ਉਹੀ ਰਹੇਗਾ। ਬੇਸ ਤੇ ਹਿਊਮੈਨਿਟੀ ਹੈ, ਬੇਸ ਤੇ ਉਹੀ ਵੈਲਿਊਜ਼ ਨੇ ਜਿਹੜੀਆਂ ਹਿਊਮੈਨਿਟੀ ਦੇ ਵਿੱਚ ਹੁੰਦੀਆਂ ਨੇ। ਜੇ ਤੁਹਾਡੇ ਕੋਲ ਫੈਮਿਲੀ ਵੈਲਿਊਜ਼ ਨੇ, ਜੇ ਤੁਹਾਡੇ ਕੋਲ ਹਿਊਮਨ ਵੈਲਿਊਜ਼ ਨੇ, ਜੇ ਤੁਹਾਡੇ ਕੋਲ ਸਪਿਰਿਚੁਅਲ ਵੈਲਿਊਜ਼ ਨੇ, ਤੁਸੀਂ ਜ਼ਿੰਦਗੀ ਇੰਜੋਏ ਕਰਦੇ ਹੋ, ਮਾਣਦੇ ਹੋ। ਜਿੱਥੇ ਵੈਲਿਊਜ਼ ਟੁੱਟ ਗਈਆਂ, ਉਹ ਭਾਵੇਂ ਬੰਦਾ ਬਿਲੀਅਨੀਅਰ ਆ ਤੇ ਭਾਵੇਂ ਉਹ ਬਿਲਕੁਲ ਗੁਰਬਤ ਦੇ ਵਿੱਚ, ਬਿਲਕੁਲ ਅੰਡਰ ਪਾਵਰਟੀ ਰਹਿਣ ਵਾਲਾ ਬੰਦਾ, ਜੀਵਨ ਦਾ ਸੁੱਖ ਉਹਨਾਂ ਵਿੱਚੋਂ ਹੈ। ਇੱਥੇ ਸਾਹਿਬ ਨੇ ਕਿਹਾ ਆਧਾਰ ਜਿਹੜਾ ਹੈ ਸਾਡਾ, ਬੇਸ ਜਿਹੜਾ ਆ, ਉਹ ਇੱਕੋ ਨਾਮ ਆਧਾਰ, ਨਾਮ ਆਧਾਰ ਹੋਏ, ਨਾਮ ਦਾ ਜਾਵੀਆ ਹੋਏ। ਦੁੱਖ ਸੁੱਖ ਤੇ ਜੀਵਨ ਦੀ ਕਲਾ ਆ, ਧੁੱਪ ਛਾਂ ਦੀ ਤਰ੍ਹਾਂ ਆਉਂਦੇ ਜਾਂਦੇ ਰਹਿਣਗੇ ਜੀਵਨ ਦੇ ਵਿੱਚ। ਈਵਨ ਜਿਹੜੀਆਂ ਫਿਜ਼ੀਕਲ ਹੈਲਥ ਆ ਕੁਝ ਹੋਰ ਚੀਜ਼ਾਂ ਨੇ, ਇਹ ਵੀ ਬਦਲਦੀਆਂ ਰਹਿੰਦੀਆਂ ਨੇ। ਹਰ ਚੀਜ਼ ਇਹ ਫੋਰਐਵਰ ਨਹੀਂ ਹੈਗਾ। ਇਹਨੂੰ ਸਾਹਿਬ ਨੇ ਇਸ ਤਰ੍ਹਾਂ ਬਿਆਨ ਕੀਤਾ ਕਿ ਇਹ ਜਿਹੜਾ ਸੰਸਾਰ ਹੈ ਨਾ, ਇਹ ਇਸ ਤਰੀਕੇ ਨਾਲ ਜਾਣ ਇਸ ਨੂੰ ਕਿ ਇਹ ਤ੍ਰਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਇਹ ਤ੍ਰਿਣਕੀ ਅਗਨ, ਤਿਣਕਿਆਂ ਦੀ ਅੱਗ ਹੈ, ਕਦੀ ਇੱਕਦਮ ਬਲ ਗਈ, ਇੱਕਦਮ ਬੁੱਝ ਗਈ। ਇਹ ਮੇਘ ਕੀ ਛਾਇਆ ਹੈ, ਜਿਵੇਂ ਅਸਮਾਨ ਦਾ ਬੱਦਲ ਆ, ਮਤਲਬ ਸੂਰਜ ਚੜਿਆ, ਸੂਰਜ ਦੇ ਅੱਗੇ ਬੱਦਲ ਆ ਗਿਆ, ਲੱਗਦਾ ਇੱਕਦਮ ਹਨੇਰਾ ਹੋ ਗਿਆ ਜਾਂ ਇੱਕਦਮ ਛਾਂ ਹੋ ਗਈ, ਨਾ ਭਾਈ, ਇਹ ਛੱਟ ਜਾਣਾ ਹੈ। ਜੀਵਨ 'ਚ ਇਸੇ ਤਰੀਕੇ ਨਾਲ, ਪਰ ਆਧਾਰ ਇੱਕ ਆ, ਆਧਾਰ ਹੈ ਗੁਰੂ, ਆਧਾਰ ਹੈ ਕਰਤਾਰ। ਸੋ ਇੱਕੋ ਨਾਮ ਆਧਾਰ, ਉਹਦੀ ਬਾਤ ਮਹਾਰਾਜ ਨੇ ਕੀਤੀ। ਵਿਖਿਆ ਰੰਗ ਕੁੜਾਵਿਆ ਦਿਸਣ ਸੱਭੇ ਛਾਰ। ਜਦੋਂ ਸਮਝ ਆ ਜਾਂਦੀ ਹੈ ਨਾ, ਅੱਖਾਂ ਦੇ ਵਿੱਚੋਂ ਬੰਦਾ ਰੋਸ਼ਨ ਦਿਮਾਗ, ਜਿਹਨੂੰ ਅਸੀਂ ਇਨਲਾਈਟਮੈਂਟ ਹੋ ਜਾਣੀ ਕਹਿੰਦੇ ਆ, ਬੰਦੇ ਨੂੰ ਚੀਜ਼ਾਂ ਸਹੀ ਤਰ੍ਹਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬੰਦਾ ਸਪੋਜ਼ ਕਰੋ ਮਤਲਬ ਸ਼ਰਾਬ ਦੇ ਪਿਆਲੇ ਅੰਦਰ ਪੀ ਪੀ ਕੇ ਸੱਟੀ ਜਾ ਰਿਹਾ, ਅਜੇ ਸੋਚ ਕਲੀਅਰ ਨਹੀਂ ਗਈ ਵੀ ਲਿਵਰ ਦਾ ਕੀ ਹਾਲ ਕਰੇਗੀ, ਇਹ ਕਿਡਨੀ ਦਾ ਕੀ ਹਾਲ ਕਰੇਗੀ। ਬੰਦਾ ਸਵੇਰੇ ਉੱਠਦਾ ਹੈ ਤੇ ਉਹਦੀਆਂ ਅੱਖਾਂ ਦੀਆਂ ਭੌਆਂ ਚੜ੍ਹ ਜਾਂਦੀਆਂ ਨੇ, ਮਤਲਬ ਘਰ ਦੇ ਕਿਸੇ ਮੈਂਬਰ ਨੂੰ ਪਿਆਰ ਨਾਲ, ਸਤਿਕਾਰ ਨਾਲ, ਸਨੇਹ ਨਾਲ ਬੋਲਣਾ ਹੀ ਨਹੀਂਗਾ, ਬੁਲਾਉਣਾ ਹੀ ਨਹੀਂਗਾ। ਉਹਨੂੰ ਇਹ ਨਹੀਂ ਪਤਾ ਇਹ ਗੁੱਸਾ ਕਿੱਥੇ ਲੈ ਕੇ ਜਾਏਗਾ, ਇਹ ਫਰਸਟ੍ਰੇਸ਼ਨ ਕਿੱਥੇ ਲੈ ਕੇ ਜਾਏਗੀ। ਪਿਆਰ ਮਰ ਜਾਏਗਾ ਘਰ ਵਿੱਚੋਂ, ਹਰ ਬਰਬਾਦੀ ਹੋ ਜਾਏਗੀ। ਇੱਕ ਬੰਦਾ ਆਇਆ, ਕੋਈ ਡਿਸੀਜਨ ਬਣਾਉਣਾ ਕਿਸੇ ਕਿਸਮ ਦੇ ਨਾਲ, ਕਿਸੇ ਦੇ ਲਾਈ ਲੱਗ ਹੋਣਾ, ਪਿੱਛ ਲੱਗ ਹੋਣਾ, ਵਿਜ਼ਡਮ ਯੂਜ਼ ਹੀ ਨਹੀਂ ਕਰਨੀ, ਮਤਲਬ ਕਿਤੇ ਹੋਰ ਜਹੰਨਮ ਲੱਭਣ ਦੀ ਲੋੜ ਹੀ ਨਹੀਂ, ਬੰਦਾ ਜਹੰਨਮ ਵਾਲੇ ਪਾਸੇ ਆਪ ਹੀ ਤੁਰ ਰਿਹਾ। ਸੋ ਜਿਹੜਾ ਵਿਜ਼ਨਰੀ ਹੋ ਗਿਆ, ਜਿਹਨੂੰ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਉਹਦੇ ਲਈ ਵਿਖਿਆ ਰੰਗ ਕੁੜਾਵਿਆ, ਸਭ ਜ਼ਹਿਰ ਲੈ ਗਏ ਉਹਦੀਆਂ ਅੱਖਾਂ 'ਚੋਂ। ਉਹਨੂੰ ਦਿਸ ਗਿਆ ਭਾਈ ਇਹ ਚੋਇਸਿਸ ਕਿਵੇਂ ਬਣਾਉਣੀਆਂ ਨੇ। ਦਿਸਣ ਸੱਭੇ ਛਾਰ, ਉਸਨੂੰ ਹਰ ਚੀਜ਼ ਜਿਹੜੀ ਹੈ ਉਹ ਫਿਰ ਛਾਰ ਲੱਗਦੀ ਉਸ ਰੂਪ ਦੇ ਵਿੱਚ। ਨਾਲ ਹੀ ਗੁਰੂ ਸਾਹਿਬ ਨੇ ਕਿਹਾ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀ ਬਣਹਾਰ। ਜਿਹੜੀ ਆਤਮਿਕ ਜੀਵਨ ਦੇਣ ਵਾਲੀ ਅਸਲ ਸੱਚ ਦੀ ਬੂੰਦ ਆ, ਉਹ ਸਾਧੂ, ਸਾਧੂ ਇੱਥੇ ਗੁਰੂ ਹੈ, ਗੁਰੂ ਪਿਆਉਣ ਵਾਲਾ ਅੰਮ੍ਰਿਤ ਦੀ ਦਾਤ। ਵਣ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਉਹ ਸਮਰੱਥ ਹੈ ਪੁਰਖ। ਜਿਵੇਂ ਬੇਨਤੀ ਕੀਤੀ, ਸਾਵਣ ਦੀ ਐਗਜ਼ਾਮਪਲ ਹੈ ਇੱਥੇ। ਜਦੋਂ ਬੰਦਾ ਕਿਤੇ ਜੇਠ ਦੇ ਹਾੜ ਦੇ ਦੁਪਹਿਰੇ ਵੇਖਦਾ ਆ ਤੇ ਸਭ ਕੁਝ ਹੀ ਸੜ ਸੁੱਕ ਜਾਂਦਾ ਹੈ, ਤੇ ਬੰਦੇ ਨੂੰ ਲੱਗਦਾ ਸਭ ਕੁਝ ਹੀ ਮੁੱਕ ਗਿਆ, ਖਤਮ ਹੀ ਹੋ ਗਿਆ ਇਸ ਰੂਪ ਦੇ ਅੰਦਰ। ਭਾਈ ਤਾਰੂ ਸਿੰਘ ਦੀ ਬਾਤ ਕਰ ਰਹੇ ਸੀਗੇ, ਮੁਗਲਿਆ ਹੁਕਮਰਾਨ, ਗਵਰਨਰ ਆਫ ਲਾਹੌਰ, ਉਹ ਸੋਚਦਾ ਹੋਣਾ ਲੈ ਇਹ ਕਿਹੜੀ ਗੱਲ ਆ, ਆਪਾਂ ਸਭ ਕੁਝ ਹੀ ਮਿਟਾ ਦਿੱਤਾ, ਇਹਦੀ ਹੋਂਦੀ ਮਿਟਾ ਦਿਆਂਗੇ। ਤੇ ਅਹਿਸਾਸ ਸੀਗਾ ਉਸਨੂੰ ਕਿ ਵਕਤ ਬਣੇਗਾ ਤਾਂ ਦਿਹਰਾ ਬਣੇਗਾ ਲਾਹੌਰ ਦੇ ਵਿੱਚ, ਵਕਤ ਬਣੇਗਾ ਇਹਨਾਂ ਦੀਆਂ ਇੱਥੇ ਧੌਂਸੇ ਖੜਕਿਆ ਕਰਨਗੇ, ਰਣਜੀਤ ਨਗਾਰੇ ਵੱਜਣਗੇ ਇੱਥੇ। ਵਕਤ ਬਦਲੇਗਾ, ਇਸ ਲਾਹੌਰ ਦੀ ਪਾਇਆ ਮਹਾਰਾਜਾ ਰਣਜੀਤ ਸਿੰਘ ਲਿਖੇਗਾ। ਸੋ ਇਹ ਹੈ ਸਮਰੱਥ। ਉਹ ਸਮਰੱਥ ਦੇ ਉੱਤੇ ਭਰੋਸਾ ਰੱਖ, ਉਹ ਬੜਾ ਬੇਅੰਤੀ, ਜਿਹਦਾ ਵਿਸ਼ਵਾਸ ਉਹਦੇ ਤੇ ਹੈ। ਉਹਨੂੰ ਸਾਹਿਬ ਨੇ ਕਿਹਾ ਜਲ ਤੇ ਥਲ ਕਰ ਥਲ ਤੇ ਕੂਪ, ਕੂਪ ਤੇ ਮੇਰ ਕਰਾਈ। ਜਿੱਥੇ ਪੂਰਾ ਮਤਲਬ ਧਰਤੀ ਹੈ,
ਉੱਥੇ ਵੱਡੇ ਵੱਡੇ ਖੂਹ ਖੁਦਾ ਦਿੰਦਾ, ਇੱਥੇ ਖੂਹ ਹੈ ਉੱਥੇ ਵੱਡੇ ਵੱਡੇ ਪਹਾੜ ਬਣਾ ਦਿੰਦਾ। ਸੋ ਉਹਦੀ ਬਾਤ ਕੀਤੀ ਇਹਦੇ ਵਿੱਚ। ਸਮਰੱਥ ਪੁਰਖ ਅਪਾਰ ਉਹ ਬੇਅੰਤ ਹੈ ਉਸ ਰੂਪ ਦੇ ਵਿੱਚ। ਮਹਾਰਾਜ ਨੂੰ ਦੀ ਕਿਹਾ ਵਣ ਤਿਨ ਪ੍ਰਭ ਸਿੰਘ ਮੌਲਿਆ, ਸਮਰੱਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ। ਇਹੋ ਜਿਹੇ ਰੱਬ ਦੇ ਇੱਕ ਵਾਰੀ ਕਿਤੇ ਦਰਸ਼ਨ ਹੀ ਹੋ ਜਾਣ, ਕਿਤੇ ਇਹੋ ਜਿਹੀ ਉਹਦੀ ਜਿਹੜੀ ਹੈ ਸੁਰਤ 'ਚ ਆ ਜਾਏ ਸਾਡੇ 'ਚ, ਹਰ ਦਾ ਦਿਲ ਲੋਚਦਾ ਆ, ਤੇ ਸਭ ਕਹਿੰਦੇ ਮਿਲਾਪ ਹੋ ਸਕਦਾ। ਕਰਮ ਮਿਲਾਵਣ ਹਾਰ, ਇੱਥੇ ਕਰਮ ਹੈ ਤਰਸ, ਉਹਦੀ ਦਇਆ, ਉਹਦਾ ਜਿਹੜਾ ਖਾਸ ਕਰਕੇ ਉਹਦਾ ਕੰਪੈਸ਼ਨ ਆ, ਉਹੀ ਮਿਲਾ ਸਕਦਾ ਆ। ਜਿੰਨੀ ਸਖੀਏ ਪਰ ਪਾਇਆ ਹੁਣ ਤਿਨ ਕੈ ਸਦਗੁਰ ਬਲਿਹਾਰ। ਜਿਨ੍ਹਾਂ ਨੇ ਇਹੋ ਜਿਹੇ ਪ੍ਰਭੂ ਨੂੰ ਪ੍ਰਾਪਤ ਕੀਤਾ, ਮੈਂ ਬਲਿਹਾਰ ਜਾਨਾ, ਮੈਂ ਸਤਿਕਾਰ ਕਰਦਾ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ। ਇਹ ਨਾਨਕ ਇਹ ਗੱਲ ਕਹਿ, ਜਦੋਂ ਦਇਆ ਦੇ ਘਰ ਵਿੱਚ ਰੱਬ ਆਉਂਦਾ ਹੈ, ਫਿਰ ਉਹ ਸ਼ਬਦ ਦੀ ਡਗਰ ਸਾਨੂੰ ਫੜਾ ਦਿੰਦਾ ਹੈ। ਸ਼ਬਦ ਹੀ ਮਿਲਾਵਣ ਹਾਰ ਹੈ। ਅੰਤਲੀ ਲਾਈਨ ਹੈ, ਸਾਵਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਸਾਵਣ ਉਹਨਾਂ ਸੁਹਾਗਵਤੀਆਂ ਨੂੰ ਸੋਭਦਾ ਆ ਜਿਨ੍ਹਾਂ ਦੇ ਉਰ ਵਿੱਚ, ਉਰ ਵੈਸੇ ਗਲੇ ਨੂੰ ਬਹਿਰੂਨੀ ਤੌਰ ਤੇ ਐਕਚੁਅਲੀ ਇੱਕ ਮੈਟਾਫੋਰ ਕੀਤਾ ਗਿਆ, ਹਾਰ ਸੋਭਦਾ ਆ। ਆਪ ਨੂੰ ਸ਼ਾਇਦ ਪਤਾ ਹੋਏਗਾ, ਹਾਰ ਨੂੰ ਮੰਗਲ ਵੀ ਕਿਹਾ ਜਾਂਦਾ ਹੈਗਾ, ਖੁਸ਼ੀ ਦਾ ਪ੍ਰਤੀਕ ਹੈ। ਇੱਥੋਂ ਹੀ ਸੂਤਰ ਬਣਿਆ ਅਸਲ ਵਿੱਚ, ਤੇ ਉਹ ਸੁਹਾਗਣਾਂ ਦੇ ਗਲ ਵਿੱਚ ਪਾਇਆ ਜਾਂਦਾ। ਐਕਚੁਅਲੀ ਇਸ ਮੈਟਾਫੋਰ ਨੂੰ ਗੁਰੂ ਸਾਹਿਬ ਨੇ ਯੂਜ਼ ਕੀਤਾ, ਜਿਨ ਰਾਮ ਨਾਮ ਉਰਹਾਰ, ਜਿਨ੍ਹਾਂ ਦੇ ਗਲੇ ਦੇ ਵਿੱਚ ਪ੍ਰਭੂ ਦੇ ਨਾਮ ਦਾ ਹਾਰ ਹੈ। ਤੇ ਇਹ ਬਾਹਰ ਨਹੀਂ ਗਾ, ਐਕਚੁਅਲੀ ਜਿਹਦੇ ਮੂੰਹ 'ਚੋਂ ਆਵਾਜ਼ ਨਿਕਲਦੀ ਹੈ ਤੇ ਰੱਬ ਦਾ ਸ਼ੁਕਰ ਨਿਕਲਦਾ ਆ, ਗੁਰੂ ਨਿਕਲਦਾ ਆ, ਵਾਹਿਗੁਰੂ ਨਿਕਲਦਾ ਆ, ਉਹਦੀ ਬਾਤ ਹੋ ਰਹੀ ਹੈ। ਮਾਲਕ ਤਰਸ ਕਰੇ ਐਸੇ ਮੁਕਾਮੀ ਬਚਨਾਂ 'ਚੋਂ ਸਾਨੂੰ ਪ੍ਰੇਰਣਾ ਮਿਲੇ। ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਨ ਹੈ। ਅਸੀਂ ਸਿੱਖੀ ਸਰੂਪ ਸੰਭਾਲੀਏ, ਪਤਿਤ ਪੁਣੇ ਨੂੰ ਠੱਲ ਪਏ। ਸਿੱਖ ਆਪਣੀ ਆਈਡੈਂਟਿਟੀ ਦੇ ਉੱਤੇ ਜਿਹੜਾ ਹੈਗਾ ਉਹ ਮਾਣ ਕਰੇ। ਇਹੋ ਜਿਹਾ ਅਸੀਂ ਸਮਾਂ ਆਪਣੇ ਜੀਵਨ ਵਿੱਚ ਪੂਰੇ ਉਸ ਜ਼ੋਬਨ ਦੇ ਨਾਲ ਵੇਖੀਏ, ਜਾਹੋ ਜਲਾਲ ਨਾਲ ਵੇਖੀਏ। ਇੱਥੇ ਸਮਾਪਤੀ ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਤੇ ਅਰਦਾਸ ਨਾਲ ਸਮਾਪਨ ਹੈ। ਭਾਈ ਸਾਹਿਬ ਆ ਗਏ ਨੇ, ਸਿਮਰਨ ਦਾ ਪ੍ਰੋਗਰਾਮ ਅੱਗੇ ਤੁਹਾਡੇ ਸਾਹਮਣੇ ਉਹ ਲੈ ਕੇ ਹਾਜ਼ਰ ਹੋਣਗੇ। ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।